ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਮੈਂ ਜੱਸੀ ਸੈਣੀ ਤਹਿਲਕਾ ਪੰਜਾਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਸੋ ਦੋਸਤੋ, ਅੱਜ ਸਾਡੇ ਨਾਲ ਇਹ ਬਹੁਤ ਹੀ ਵਧੀਆ ਸ਼ਖਸੀਅਤ ਜਸਵਿੰਦਰ ਕੌਰ ਤੇਜੀ ਜੀ, ਤੇ ਅਸੀਂ ਅੱਜ ਪੂਰੇ ਦਿਨ ਦਾ ਜਿਹੜਾ ਕਰੋਨਾ ਦਾ ਅਪਡੇਟ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਅੱਜ ਹੋਏ ਹਾਂ ਤੇ ਉਹਨਾਂ ਨੂੰ ਪੂਰੇ ਦੇਸ਼ ਦੁਨੀਆ ਦੇ ਪੂਰੇ ਪੰਜਾਬ ਦਾ ਹਾਲ ਦੱਸਾਂਗੇ। ਸਭ ਤੋਂ ਪਹਿਲਾਂ ਅਸੀਂ ਜਸਵਿੰਦਰ ਕੌਰ ਤੇਜੀ ਦਾ ਆਪਣੇ ਸ਼ੋਅ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਅੱਜ ਦੀ ਕਰੋਨਾ ਜਿਹੜੀ ਅਪਡੇਟ ਆ ਤੁਹਾਡੇ ਸਾਹਮਣੇ ਲੈ ਕੇ ਅਸੀਂ ਅੱਜ ਹਾਜ਼ਰ ਹਾਂ। ਪੂਰੇ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਪੂਰੀ ਦੁਨੀਆ ਵਿੱਚ ਜਿਹੜਾ 70 ਲੱਖ ਦਾ ਜਿਹੜਾ ਅੰਕੜਾ ਉਹ ਜਿਹੜਾ ਮਰੀਜ਼ਾਂ ਦਾ ਪਾਰ ਹੋ ਚੁੱਕਾ ਤੇ ਜਿੱਥੇ ਮਰਨ ਵਾਲੇ ਗਿਣਤੀ ਜਿਹੜਾ 4 ਲੱਖ ਦਾ ਅੰਕੜਾ ਜਿਹੜਾ ਪਾਰ ਕਰ ਚੁੱਕੀ ਆ। ਤੇ ਇਸੇ ਤਰ੍ਹਾਂ ਹੀ ਭਾਰਤ ਵਿੱਚ ਜਿਹੜੀ ਕਰੋਨਾ ਦੀ ਮਰੀਜ਼ਾਂ ਦੀ ਜਿਹੜੀ ਗਿਣਤੀ ਆ 2,76,000 ਦਾ ਅੰਕੜਾ ਜਿਹੜਾ ਪਾਰ ਕਰ ਚੁੱਕੀ ਆ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਤੇਜ਼ੀ 7,700 ਤੋਂ ਪਾਰ ਹੋ ਚੁੱਕੀ ਆ। ਕਿਤੇ ਨਾ ਕਿਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋ ਰਿਹਾ। 1,33,000 ਦੇ ਕਰੀਬ ਜਿਹੜੇ ਪੂਰੇ ਭਾਰਤ ਵਿੱਚ ਜਿਹੜੇ ਇਸ ਵੇਲੇ ਠੀਕ ਹੋ ਚੁੱਕੇ ਨੇ, ਜਿਹੜੇ ਆਪਣੇ ਘਰਾਂ 'ਚ ਪਹੁੰਚ ਚੁੱਕੇ ਨੇ। ਪਰ ਪਿਛਲੇ 24 ਘੰਟਿਆਂ ਦੇ ਵਿੱਚ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਹਰ ਵਾਰ ਦੀ ਤਰ੍ਹਾਂ ਰੋਜ਼ 9-10,000 ਦੇ ਕਰੀਬ ਜਿਹੜੇ ਨਵੇਂ ਅੰਕੜੇ ਸਾਹਮਣੇ ਆ ਰਹੇ ਨੇ ਤੇ ਪਿਛਲੇ 24 ਘੰਟਿਆਂ ਦੇ ਵਿੱਚ ਤੇਜ਼ੀ ਜਿਹੜੇ 266 ਜਿਹੜੀਆਂ ਟੋਟਲ ਪੂਰੇ ਦੇਸ਼ ਦੀਆਂ ਜਿਹੜੀਆਂ ਮੌਤਾਂ ਹੋਈਆਂ ਨੇ। ਤੇ ਪੂਰੇ ਪੰਜਾਬ ਦੇ ਵਿੱਚ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜਾ ਕਿ ਕਰੋਨਾ ਦੀ ਅਪਡੇਟ ਜ਼ਰੂਰ ਦੇਵਾਂਗੇ। ਸੋ ਦਰਸ਼ਕੋ, ਜਿਹੜਾ ਪੰਜਾਬ ਦੇ ਵਿੱਚ ਕਰੋਨਾ ਦਾ ਜਿਹੜਾ ਇਸ ਵੇਲੇ ਹਾਲ ਹੈ, ਟੋਟਲ ਜਿਹੜੇ ਮਾਮਲੇ ਨੇ 2700 ਤੋਂ ਪਾਰ ਹੋ ਚੁੱਕੇ ਨੇ। 55 ਜਿਹੜੀਆਂ ਮੌਤਾਂ ਉਹ ਹੋ ਚੁੱਕੀਆਂ ਆ। ਪਰ ਇੱਕ ਕਿਤੇ ਨਾ ਕਿਤੇ ਦਿੱਲੀ ਸਰਕਾਰ ਦੇ ਜਿਹੜੇ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ 31 ਜੁਲਾਈ ਤੱਕ ਤੇਜ਼ੀ ਜਿਹੜੇ ਆ ਮਾਮਲੇ ਆ ਉਹ 5.5 ਲੱਖ ਤੱਕ ਕਰੀਬ ਪਹੁੰਚ ਸਕਦੇ ਆ, ਜਿੱਥੇ ਕਿ ਅੱਜ ਦਿੱਲੀ ਵਿੱਚ ਕਰੋਨਾ ਦੀ ਮਰੀਜ਼ਾਂ ਦੀ ਗਿਣਤੀ ਜਿਹੜੀ 30,000 ਦੇ ਅੰਕੜਾ ਜਿਹੜਾ ਪਾਰ ਕਰ ਚੁੱਕੀ ਹੈ। ਉਹ ਤਾਂ ਹੀ ਹੈ ਕਿ ਜਦੋਂ ਹੁਣ ਆਪਾਂ ਸਾਰੇ ਖਿਆਲ ਨਹੀਂ ਰੱਖਦੇ, ਜਿਹੜੇ ਪੋਜ਼ਿਟਿਵ ਮਰੀਜ਼ ਹੈਗੇ ਆ ਉਹਨਾਂ ਨੂੰ ਚਾਹੀਦਾ ਕਿ ਉਹ ਬਾਹਰ ਨਿਕਲ ਕੇ ਦੂਸਰਿਆਂ ਨੂੰ ਬਿਮਾਰੀ ਨਾ ਲਾਉਣ। ਜੀ ਜੀ। ਜੇ ਉਹਨਾਂ ਨੂੰ ਕਲੀਅਰ ਹੋ ਜਾਂਦਾ ਉਹਨਾਂ ਦੀ ਰਿਪੋਰਟ ਦੇ ਵਿੱਚ ਕਿ ਉਹ ਪੋਜ਼ਿਟਿਵ ਨੇ, ਤਾਂ ਉਹਨਾਂ ਨੂੰ ਚਾਹੀਦਾ ਕਿ ਬਾਕੀ ਜਿਹੜੀ ਜਨਤਾ ਉਹਨਾਂ ਦਾ ਉਹ ਖਿਆਲ ਰੱਖਣ। ਜੀ ਜੀ। ਕਿਉਂਕਿ ਬਾਕੀ ਜਨਤਾ ਨੇ ਤਾਂ ਘੁੰਮਣਾ ਹੀ ਆ, ਕੋਈ ਕੰਮ ਕਰਨੇ ਆਪਣੇ ਘਰ ਦੇ 100 ਤਰ੍ਹਾਂ ਦੇ ਬਾਹਰ ਆਣ ਜਾਣ ਹੁੰਦੇ ਆ, ਉਹਦੇ ਕਰਕੇ ਉਹਨਾਂ ਨੂੰ ਜਾਣਾ ਪੈਂਦਾ। ਪਰ ਜਿਹੜਾ ਮਰੀਜ਼ ਆ ਉਹਨੂੰ ਚਾਹੀਦਾ ਕਿ ਉਹ ਹੁਣ ਆਪਣੇ ਆਪ ਨੂੰ ਆਪਣੇ ਰੂਮ ਵਿੱਚ ਬੈਠੇ ਜੀ ਜਾਂ ਉਹਦਾ ਇਲਾਜ ਕਰਵਾਵੇ ਜੀ, ਤਾਂ ਜੋ ਦੂਸਰੇ ਜਿਹੜੇ ਸਾਡੇ ਦੇਸ਼ ਦੀ ਜਨਤਾ ਆ ਉਹ ਬਿਮਾਰ ਨਾ ਹੋ ਸਕੇ। ਜੀ ਜੀ। ਤੇ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਇਹ ਮਤਲਬ ਕਿ ਸੂਬੇ ਦੀਆਂ ਸਰਕਾਰਾਂ ਵੱਲੋਂ ਜਿਹੜਾ ਐਸਟੀਮੇਟ ਲਾਇਆ ਜਾ ਰਿਹਾ ਕਿ ਕਰੋਨਾ ਜਿਹੜਾ ਭਿਆਨਕ ਰੂਪ ਆਉਣ ਵਾਲੇ ਸਮੇਂ ਵਿੱਚ ਹੋਰ ਜਿਹੜੇ ਉਹਦੇ ਸਿੱਟੇ ਸਾਹਮਣੇ ਆ ਸਕਦੇ ਨੇ। ਦਿੱਲੀ ਦੀ ਸਰਕਾਰ ਵੱਲੋਂ ਜਿਹੜੇ ਸਿਹਤ ਮੰਤਰੀ ਉਹਨਾਂ ਵੱਲੋਂ ਐਲਾਨ ਕੀਤਾ ਜਾ ਰਿਹਾ ਕਿ 31 ਜੁਲਾਈ ਤੱਕ ਜਿਹੜਾ ਅੰਕੜਾ ਅੱਜ 30,000 ਦਾ ਮਰੀਜ਼ਾਂ ਦੀ ਗਿਣਤੀ ਪਾਰ ਕਰ ਚੁੱਕੀ, ਆਉਣ ਵਾਲੇ 1.5 ਮਹੀਨੇ ਦੌਰਾਨ ਜਾਂ 2 ਮਹੀਨਿਆਂ ਦੇ ਦੌਰਾਨ ਜਿਹੜੀ ਗਿਣਤੀ ਹੈ ਉਹ 5.5 ਲੱਖ ਦਾ ਅੰਕੜਾ ਜਿਹੜਾ ਪਾਰ ਕਰ ਸਕਦੀ ਹੈ। ਦਿਨ ਵਧੀ ਜਾ ਰਹੀ ਹੈ ਕਿਉਂਕਿ ਇਹਦਾ ਘਟਾ ਦਾ ਕਿਸੇ ਪਾਸੇ ਨਹੀਂ ਹੋ ਰਿਹਾ। ਜੀ ਜੀ। ਜਿਹੜੇ ਏਰੀਆ ਦੇ ਵਿੱਚ ਮਰੀਜ਼ ਨਹੀਂ ਸੀਗੇ ਉੱਥੇ ਵੀ ਹੁਣ ਮਰੀਜ਼ ਜਿਹੜੇ ਆ ਜੀ ਜੀ ਉਹ ਨਿਕਲੇ। ਫਗਵਾੜਾ ਤੇ ਇੱਕ ਭਈਏ ਨੂੰ, ਸਤਨਾਮਪੁਰੇ ਦੇ ਭਈਏ ਨੂੰ ਜੀ ਤਾਂ ਪੋਜ਼ਿਟਿਵ ਨਿਕਲਿਆ, ਪਰ ਉਹ 2 ਦਿਨ ਪਹਿਲਾਂ ਸਾਰੇ ਬਾਜ਼ਾਰ ਦੇ ਵਿੱਚ ਸਮਾਨ ਵੇਚ ਕੇ ਗਿਆ। ਜੀ ਜੀ। ਤੇ ਉਹ ਕਿੰਨਿਆਂ ਨੂੰ ਬਿਮਾਰੀ ਵੰਡ ਕੇ ਗਿਆ ਹੋਊਗਾ, ਹੁਣ ਇਹ ਨਹੀਂ ਪਤਾ ਉਹ ਕਿੱਥੇ ਗਿਆ। ਜੀ ਜੀ। ਮਤਲਬ ਕਿ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਮਤਲਬ ਕਿ ਕਰੋਨਾ ਦੇ ਜਿਹੜੇ ਮਰੀਜ਼ ਆ ਸਾਡੇ ਸਮਾਜ ਵਿੱਚ ਘੁੰਮ ਰਹੇ ਨੇ, ਪਰ ਅਸੀਂ ਤਾਂ ਅਣਗੌਲੇ ਹੋ ਕੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰਦੇ, ਮਾਸਕ ਪਾ ਕੇ ਨਹੀਂ ਘਰੋਂ ਜਾਂਦੇ। ਜਦੋਂ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਚਲਾਨ ਕੱਟੇ ਜਾਂਦੇ ਨੇ ਫਿਰ ਜਾ ਕੇ ਕਿਤੇ ਆਪ ਨੂੰ ਸੇਧ ਮਿਲਦੀ ਆ ਕਿ ਸਾਨੂੰ ਇੱਦਾਂ ਦੇ ਜਿਹੜੇ ਕੰਮ ਜਿਹੜੇ ਨਹੀਂ ਕਰਨੇ ਚਾਹੀਦੇ। ਹਾਂਜੀ, ਉਹਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਕਿਉਂਕਿ ਹੁਣ ਇਹ ਤਾਂ ਪਰਮਾਤਮਾ ਦੀ ਕਰੋਪੀ ਸਾਰਿਆਂ ਨੂੰ ਝੱਲਣੀ ਪੈ ਰਹੀ ਆ। ਜੀ ਜੀ। ਤੇ ਆਪਾਂ ਆਪਣਾ ਖਿਆਲ ਆਪ ਰੱਖਣਾ ਹੈ ਕਿਉਂਕਿ ਚਲੋ ਜੇ ਪੂਰਾ ਵਕਤ ਆ ਹੀ ਗਿਆ ਹੈ ਤੇ ਕਿਤੇ ਨਾ ਕਿਤੇ ਆਪ ਤੁਸੀਂ ਇਸ ਬਿਮਾਰੀ ਨੂੰ ਖਤਮ ਕਰਨ ਦਾ ਰੋਲ ਅਦਾ ਕਰੋ। ਕਿਉਂਕਿ ਪਰਮਾਤਮਾ ਦਾ ਨਾਮ ਲਓ ਜੀ, ਉਹਦੇ ਅੱਗੇ ਅਰਦਾਸ ਕਰੋ ਕਿ ਉਹ ਇਸ ਬਿਮਾਰੀ ਨੂੰ ਛੇਤੀ ਤੋਂ ਛੇਤੀ ਸਾਡੇ ਤੋਂ ਦੂਰ ਲੈ ਜਾਵੇ। ਜੀ ਜੀ। तो सो दर्शकों, मैं तो यही कहना चाहना कि घरों बाहर जेकर जाने हो तो मास्क जरूर पा के जाओ, सोशल डिस्टेंसिंग की पालना जरूर करो क्योंकि अनलॉक 1 चल रहा, कारोबार खुल चुके हैं, धार्मिक स्थान भी खुल चुके हैं। तो कोशिश करो जिन्ना दूरी बना के रखोगे, अपना मुँह ढक के रखोगे तो जी कहने का मतलब असीं इस बीमारी तो असीं आप बचाव कर सकते। सो दोस्तों, एक मुद्दा अज एक होर तुहानूं दस रहे कि जिस तरह कि जी अपने पंजाब दे विच 10 तरीक तो झोने की, जिस तरह कि अज 10 जून आ,
ਅੱਜ ਤੋਂ ਜਿਹੜੀ ਝੋਨੇ ਦੀ ਜਿਹੜੀ ਆ ਲਗਾਈ ਜਿਹੜੀ ਆ ਪੂਰੇ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਆ। ਦਿੱਲੀ ਤੋਂ ਯੂਪੀ ਤੋਂ ਮਜ਼ਦੂਰਾਂ ਨੂੰ ਲਿਆਇਆ ਜਾ ਰਿਹਾ ਤੇ ਉਹ ਤਾਂ ਜੋ ਜਿਹੜੀ ਬਿਜਾਈ ਸਮੇਂ ਸਿਰ ਹੋ ਸਕੇ। ਤੇ ਦਿੱਲੀ ਜਿਹੜੇ ਆਪਣੇ ਪੰਜਾਬ ਸਰਕਾਰ ਦੇ ਸੀਐਮ ਆ ਉਹਨਾਂ ਵੱਲੋਂ ਵੀ ਜਿਹੜੇ ਕਿਸਾਨਾਂ ਵਾਸਤੇ 8 ਘੰਟੇ ਜਿਹੜੀ ਬਿਜਲੀ ਆ ਰੋਜ਼ ਦੇਣ ਦਾ ਐਲਾਨ ਵੀ ਕੀਤਾ ਗਿਆ ਤਾਂ ਜੋ ਕਿਸਾਨ ਵੀਰ ਆਪਣੀ ਜਿਹੜੀ ਸਾਉਣੀ ਦੀ ਫਸਲ ਜਿਹਨੂੰ ਆਪਾਂ ਕਹਿੰਦੇ ਆ ਕਿ ਝੋਨਾ ਉਹ ਚੰਗੀ ਤਰ੍ਹਾਂ ਮਤਲਬ ਕਿ ਲਗਾ ਸਕਣ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਹਾਂਜੀ, ਇਹ ਤਾਂ ਚੰਗਾ ਕੀਤਾ ਕਿ ਬਿਜਲੀ ਜੇ ਹੋਊਗੀ ਤਾਂ ਪਾਣੀ ਉਹਨਾਂ ਨੂੰ ਮਿਲੀ ਜਾਊਗਾ ਤੇ ਉਹ ਆਪਣੇ ਝੋਨੇ ਦੀ ਜਿਹੜੀ ਬਿਜਾਈ ਆ ਉਹ ਸਹੀ ਢੰਗ ਨਾਲ ਕਰ ਸਕੂਗੇ। ਜੀ ਜੀ, ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਤੇ ਜੀ ਇਹ ਵੀ ਕਿਹਾ ਜਾ ਰਿਹਾ ਕਿ ਜੇਕਰ ਤੁਸੀਂ ਝੋਨਾ ਲਾਣਾ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਜਿਹੜੀ ਬਣਾ ਕੇ ਰੱਖੋ, ਮਾਸਕ ਦੀ ਵਰਤੋਂ ਕਰੋ, ਸੈਨੀਟਾਈਜ਼ਰਸ ਯੂਜ਼ ਕਰੋ ਤਾਂ ਜੋ ਇਸੇ ਭਿਆਨਕ ਬਿਮਾਰੀ ਤੋਂ ਥੋੜਾ ਕਿਸਾਨਾਂ ਨੂੰ ਵੀ ਬਚਾਇਆ ਜਾ ਸਕੇ। ਹਾਂਜੀ, ਇਹ ਤਾਂ ਚੰਗੀ ਗੱਲ ਆ ਕਿ ਕੀਤੀ ਉਹਨਾਂ ਨੇ ਕਿ ਜਿਹੜੇ ਮਜ਼ਦੂਰ ਝੋਨਾ ਲਾਉਂਦੇ ਆ ਉਹਨਾਂ ਨੂੰ ਡਿਸਟੈਂਸ ਰੱਖ ਕੇ ਲਾਉਣਾ ਚਾਹੀਦਾ। ਵੈਸੇ ਵੀ ਤਾਂ ਝੋਨਾ ਡਿਸਟੈਂਸ ਰੱਖ ਕੇ ਹੀ ਲਾਇਆ ਜਾਂਦਾ ਕਿਉਂਕਿ ਉਹ ਨਾਲ ਨਹੀਂ ਲਾਦੇ, ਉਹ ਥੋੜੇ ਦੂਰੀ ਤੇ ਹੀ ਆਪਣਾ ਜਿਹੜਾ ਉਹ ਝੋਨਾ ਲਾਉਣ ਦਾ ਉਹਨਾਂ ਦੀ ਤਰਤੀਬ ਆ ਜੀ। ਘੱਟ ਤੋਂ ਘੱਟ 8-7 ਫੁੱਟ ਤੇ ਤਾਂ ਹੁੰਦੀ ਪਰ ਫਿਰ ਵੀ ਕਿਤੇ ਨਾ ਕਿਤੇ ਮਾਸਕ ਤਾਂ ਪਾਉਣਾ। ਹਾਂਜੀ, ਮਾਸਕ ਪਾ ਕੇ ਰੱਖਣ ਤਾਂ ਜੋ ਜਿਹੜੀ ਹਵਾ ਵਿੱਚ ਕੋਈ ਉਹਨਾਂ ਨੂੰ ਵਿਸ਼ਾਣੂ ਜਿਹੜੇ ਜ਼ਹਿਰੀਲੇ ਤੱਤ ਆ ਉਹ ਉਹਨਾਂ ਤੋਂ ਬਚਾਅ ਹੋ ਸਕੇ। ਸੋ ਦੋਸਤੋ, ਇੱਕ ਹੋਰ ਵੱਡੀ ਖਬਰ ਆ ਰਹੀ ਤਰਨਤਾਰਨ ਤੋਂ, ਜਿੱਥੇ ਕਿ ਤੇਜੀ ਜੀ ਇੱਕ ਪੁਲਿਸ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੀ ਆ ਕਿ 45 ਕਰੋੜ ਦੀ ਜਿਹੜੀ ਹੈਰੋਇਨ ਆ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਬਰਾਮਦ ਹੋਈ ਆ। ਕਿਤੇ ਨਾ ਕਿਤੇ ਗੁਆਂਢੀ ਦੇਸ਼ ਵੀ ਜਿਹੜੇ ਨੇ ਕਿ ਸਾਡੇ ਦੇਸ਼ ਨੂੰ ਜਿਹੜਾ ਕਿ ਨਸ਼ੇ ਦੇ ਵਿੱਚ ਸਾਡੀ ਜਿਹੜੀ ਜਵਾਨੀ ਆ ਉਹਨੂੰ ਡੋਬਣ ਦੇ ਵਿੱਚ ਲੱਗੇ ਹੋਏ ਨੇ। ਹਾਂਜੀ, ਉਹ ਪਾਕਿਸਤਾਨ ਤੋਂ ਜਿੰਨੇ ਵੀ ਲੋਕ ਆ ਉਹਨਾਂ ਦੇ ਕੋਲੇ ਵੀ ਕਿਹੜਾ ਕੋਈ ਕੰਮ ਆ ਜੀ, ਤੇ ਉਹ ਵੀ ਇਦਾਂ ਦਾ ਜਿਹੜਾ ਜ਼ਖੀਰਾ ਤਿਆਰ ਕਰਕੇ ਜੀ ਤੇ ਆਪਣੀਆਂ ਸਰਹੱਦਾਂ ਤੋਂ ਪਾਰ ਜਿੰਨੇ ਵੀ ਉਹਨਾਂ ਨੂੰ ਲੱਗਦੇ ਦੇਸ਼ ਆ ਸਾਰੇ ਦੇਸ਼ਾਂ 'ਚ ਉਹ ਪਹੁੰਚਾਉਂਦੇ ਆ ਜੀ। ਤੇ ਉਹ ਤਾਂ ਚਲੋ ਆਪਣਾ ਉਹਨਾਂ ਦਾ ਰੋਟੀ ਦਾ ਜ਼ਰੀਆ। ਸਾਡੇ ਲੋਕ ਪੀ ਕੇ ਆਪਣੇ ਦੇਸ਼ ਦੇ ਵਿੱਚੋਂ ਸਾਰੀ ਮਨੁੱਖਤਾ ਨੂੰ ਖਤਮ ਕਰਨ ਲੱਗੇ ਹੋਏ ਆ ਜੀ। ਕਿੰਨੀ ਦੁਨੀਆ ਦੁਖੀ ਬੈਠੀ ਆ ਜੀ ਕਿਉਂਕਿ ਨਸ਼ਿਆਂ ਦਾ ਜਿਹੜਾ ਇਹ ਭੁੱਸ ਪੈ ਜਾਂਦਾ ਨਾ ਜੀ। ਤੇ ਉਹ ਕਹਿੰਦੇ ਕਿ ਆਪਣੇ ਪੰਜਾਬ ਵਿੱਚ ਨਸ਼ਿਆਂ ਦਾ ਇੱਕ 6ਵਾਂ ਦਰਿਆ ਚੱਲਦਾ ਪਿਆ ਕਿਉਂਕਿ ਇੱਥੇ ਕੋਈ ਜਦੋਂ ਇੱਕ ਵਾਰੀ ਪੀਣ ਲੱਗ ਜਾਂਦਾ ਚਿੱਟਿਆਂ ਦਾ ਬੇੜਾ ਗਰਕ ਕਰ ਦਿੰਦਾ ਜੀ। ਇਹ ਤਾਂ ਸਾਡੀ ਸਾਰੀ ਜਵਾਨੀ ਜਿਹੜੀ ਇਹਨੇ ਖਰਾਬ ਕਰਤੀ ਆ ਜੀ। ਤੇ ਕਿੰਨੀਆਂ ਮਾਵਾਂ ਦੇ ਪੁੱਤ ਖੋ ਕੇ ਲੈ ਗਈ ਆ ਇਹ ਚਿੱਟਾ ਜਿਹੜਾ ਨਸ਼ਾ ਹੈ ਜੀ। ਤੇ ਇਹ ਤਾਂ ਜਿਹੜੇ ਤਸਕਰੇ ਇਦਾਂ ਦਾ ਕੰਮ ਕਰਦੇ ਆ ਉਹਨਾਂ ਨੂੰ ਫੜ ਕੇ ਜੀ ਤੇ ਉਹ ਨਸ਼ੇ ਉਹਨਾਂ ਨੂੰ ਹੀ ਉਹ ਸਾਰਾ ਨਸ਼ਾ ਉੱਥੇ ਖਿਲਾ ਦੇਣਾ ਚਾਹੀਦਾ ਤਾਂ ਜੋ ਉੱਥੇ ਹੀ ਉਹ ਖਾ ਕੇ ਖਤਮ ਹੋ ਜਾਏ। ਕਹਿਣ ਦਾ ਮਤਲਬ ਕਿਤੇ ਨਾ ਕਿਤੇ ਸਰਕਾਰਾਂ ਨੂੰ ਮੁਸਤੈਦ ਰਹਿਣਾ ਚਾਹੀਦਾ, ਇਦਾਂ ਦੇ ਤਸਕਰਾਂ ਦੇ ਉੱਪਰ ਨਕੀਲ ਕੱਸਣੀ ਚਾਹੀਦੀ ਆ ਤਾਂ ਜੋ ਸਾਡੀ ਦੇਸ਼ ਦੀ ਜਿਹੜੀ ਨੌਜਵਾਨੀਆਂ ਨੂੰ ਹਾਂਜੀ ਉਹਨੂੰ ਹੋਰ ਕੋਈ ਸਜ਼ਾ ਨਹੀਂ ਉਹਦੀ, ਉਹਨੂੰ ਰੋਜ਼ ਉਹ ਨਸ਼ਾ ਹੀ ਦੇਣ, ਰੋਟੀ ਦੇਣ ਹੀ ਨਾ ਵੀ ਜਿੱਥੋਂ ਤੂੰ ਲੈ ਕੇ ਆਇਆ ਜੀ ਇਹੀ ਖਾ ਇਹੀ ਪੀ ਜੀ। ਤੇ ਉਹਨੂੰ ਪਤਾ ਲੱਗੇ ਵੀ ਕਿੱਦਾਂ ਜਿੱਦਾਂ ਉਹ ਬਰਬਾਦ ਹੋਊਗਾ ਨਾ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਜ਼ਿੰਦਗੀ ਖਰਾਬ ਕਰਦਾ ਜੀ। ਇੱਕ ਤਾਂ ਨਸ਼ੇ ਦਾ ਮੁੱਦਾ ਹੋ ਗਿਆ, ਕਿਤੇ ਨਾ ਕਿਤੇ ਘਰੇਲੂ ਹਿੰਸਾ ਇੰਨੀ ਵੱਧ ਗਈ, ਕਿਤੇ ਭਰਾ ਦਾ ਕਤਲ ਕਰ ਲਿਆ, ਕੋਈ ਮਤਲਬ ਕਿ ਕਹਿ ਲਓ ਕਿ ਕਿਤੇ ਬੇਗੁਨਾਹ ਬੇਵਜ੍ਹਾ ਹੀ ਮਾਰਦੇ ਨੇ, ਸੜਕਾਂ ਦੇ ਉੱਤੇ ਮਾਰਦੇ ਨੇ। ਪਰ ਹੁਣ ਆਪਣੇ ਕੋਲ ਇੱਕ ਮਾਮਲਾ ਆਇਆ ਜਲੰਧਰ ਤੋਂ ਸ਼ਾਹਕੋਟ ਏਰੀਏ ਦੇ ਸੋਹਲ ਜਗੀਰ ਪਿੰਡ ਦਾ, ਜਿੱਥੇ ਕਿ ਇੱਕ ਮਤਲਬ ਕਿ ਨਿਰਦਈ ਜਿਹੜਾ ਕਹਿ ਲਓ ਕਿ ਨਿਰਦਈ ਆਪਾਂ ਕਹਿ ਸਕਦੇ ਮਾਂ ਉਹ, ਜਿਸ ਨੇ ਆਪਣੇ ਇੱਕ 6 ਸਾਲ ਦੇ ਪੁੱਤਰ ਨੂੰ ਚਾਕੂਆਂ ਦੇ ਨਾਲ ਗੋਂਦ ਕੇ ਮਾਰ ਦਿੱਤਾ। ਤੇ ਮਾਰਨ ਤੋਂ ਬਾਅਦ ਖੁਦ ਵੀ ਉਸਨੇ ਜਿਹੜੀ ਆ ਕਿ ਮਤਲਬ ਕਿ ਘਰ ਦੇ ਚੁਬਾਰੇ ਤੇ ਚੜ੍ਹ ਕੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਤੇ ਮਾਮਲਾ ਸੁਣਨ ਨੂੰ ਇਹ ਆਇਆ ਜੀ ਕਿ ਉਹ ਸ਼ਾਇਦ ਉਹਨਾਂ ਦੇ ਆਪਣੇ ਜਿਹੜੇ ਸਹੁਰਾ ਪਰਿਵਾਰ ਨਾਲ ਕੋਈ ਕਹਾ ਸੁਣੀ ਹੋਈ, ਜਿਹਦੇ ਕਰਕੇ ਚਲੋ ਉਹ ਤਾਂ ਘਰੇਲੂ ਝਗੜੇ ਹਰੇਕ ਘਰਾਂ ਵਿੱਚ ਮਾੜਾ ਮੋਟਾ ਕਹਾ ਸੁਣੀ ਹੁੰਦੀ, ਪਰ ਐਡਾ ਵੀ ਕਿਹੜਾ ਨਿਰਦਈ ਹੋਣਾ ਕਿ ਮਾਸੂਮ ਬੱਚੇ ਨੂੰ ਆਪਣੇ ਢਿੱਡੋਂ ਜੰਮੇ ਬੱਚੇ ਨੂੰ ਚਾਕੂਆਂ ਦੇ ਨਾਲ ਮਾਰ ਦੇਣਾ। ਹਾਂਜੀ, ਇਹ ਤਾਂ ਬਹੁਤ ਬੁਰੀ ਜਿਹੜੀ ਗੱਲ ਕੀਤੀ ਆ ਉਸ ਔਰਤ ਨੇ ਜੀ ਕਿਉਂਕਿ ਸਾਰੀ ਦੁਨੀਆ ਦੇਖੋ ਕਿੰਨਾ ਸੰਤਾਪ ਭੋਗਦੀ ਪਈ ਆ ਜੀ। ਤੇ ਉਹ ਵੀ ਜੇ ਘਰੋਂ ਚਲੋ ਕੋਈ ਪ੍ਰੋਬਲਮ ਹੈ ਵੀ ਸੀ ਜੀ ਤੇ ਇੰਨਾ ਵੱਡਾ ਸਟੈਪ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਇਹਨਾਂ ਬੱਚਿਆਂ ਦੀ ਖਾਤਰ ਆਪਾਂ ਦੁਨੀਆ ਤੇ ਕਿੰਨੇ ਪਾਪੜ ਵੇਲਦੇ ਆ ਜੀ। ਤੇ ਉਹਨੇ ਗਲਤ ਕੰਮ ਕੀਤਾ ਹੈ ਕਿਉਂਕਿ ਕੀ ਪਤਾ ਉਹਦੀ ਕੀ ਮਜਬੂਰੀ ਸੀਗੀ, ਕਿਹੜਾ ਉਹਦੇ ਦਿਲ 'ਚ ਗੁੱਸਾ। ਸਭ ਤੋਂ ਵੱਡੀ ਚੀਜ਼ ਤਾਂ ਇੱਥੇ ਇਹ ਆ ਜਾਂਦੀ ਆ ਅਗਿਆਨਤਾ ਜੀ। ਤੇ ਇਹ ਅਗਿਆਨਤਾ ਕਰਕੇ ਹੀ ਮਨੁੱਖ ਜਿਹੜਾ ਨਾ ਉਲਟੇ ਸਿੱਧੇ ਕੰਮ ਕਰਦਾ।
ਪਰਮਾਤਮਾ ਨੂੰ ਮੰਨਦਾ ਨਹੀਂ ਹੈ ਕੋਈ। ਜੀ ਜੀ। ਕਿਉਂਕਿ ਹਰ ਵੇਲੇ ਨੈਗੇਟਿਵਿਟੀ ਸੋਚ ਰੱਖ ਕੇ ਹੀ ਹਰ ਕਿਸੇ ਨੂੰ ਬਸ ਪੈਸਾ ਪੈਸਾ ਸੁੱਖ ਆਰਾਮ ਚਾਹੀਦਾ। ਜੀ ਜੀ। ਕੋਈ ਆਪਣੇ ਇਸ ਪੈਸੇ ਨੂੰ ਕਮਾਉਣ ਲਈ ਮਿਹਨਤ ਨਹੀਂ ਕਰਨਾ ਚਾਹੁੰਦਾ, ਉਦਾਂ ਹੀ ਆ ਜਾਵੇ। ਆ ਜਿਹੜਾ ਹੁਣ ਲੱਖਾਂ ਦਾ ਚਿੱਟਾ ਫੜਿਆ ਆ, ਜੀ ਜੀ, ਉਹ ਵੀ ਤਾਂ ਉਹ ਬਸ ਮਿਹਨਤ ਨਹੀਂ ਕਰਨੀ ਲੱਖਾਂ ਕਰੋੜਾਂ ਦੀ। ਔਰ ਸਾਡੀ ਜਿਹੜੀ ਸਰਕਾਰ ਆ ਜਾਂ ਸਾਡੀ ਜਿਹੜਾ ਪ੍ਰਸ਼ਾਸਨ ਹੈ ਜੀ, ਉਹ ਕਿੰਨਾ ਜਾਨੀ ਕਿ ਲੱਖਾਂ ਕਰੋੜਾਂ ਦਾ ਉਸ ਜ਼ਖੀਰੇ ਨੂੰ ਦੱਸਦਾ ਹਨਾ। ਜੀ ਜੀ। ਉਹਦੇ ਨਾਲ ਹਰ ਕਿਸੇ ਨੂੰ ਲੱਗਦਾ ਕਿ ਜੇ ਥੋੜਾ ਜਿਹਾ ਕੰਮ ਅਸੀਂ ਕਰ ਲਈ ਤਾਂ ਕਰੋੜਾਂ ਦੇ ਮਾਲਕ ਬਣ ਜਾਵਾਂਗੇ। ਜੀ ਜੀ। ਇਸ ਕਰਕੇ ਉਹ ਇਦਾਂ ਦੇ ਕੁਕਰਮ ਜਿਹੜੀਆਂ ਇਹ ਗੁਰੂਆਂ ਕਰਦੀਆਂ ਕਿ ਮਿਹਨਤ ਥੋੜੀ ਹੋਵੇ ਜੀ ਤੇ ਜੀ, ਕਮਾਈ ਵਾਧੂ ਹੋਵੇ। ਜੀ ਜੀ। ਤਾਂ ਕਰਕੇ ਕੰਮ ਕੋਈ ਕਰਕੇ ਨਹੀਂ ਰਾਜੀ ਹੈਗਾ। ਉਸ ਔਰਤ ਨੇ ਬਹੁਤ ਬਹੁਤ ਬੁਰਾ ਕੀਤਾ। ਜੀ ਜੀ। ਕਿਉਂਕਿ ਜੇ ਉਹ ਜਿਉਂਦੀ ਵੀ ਰਹਿ ਗਈ ਹੁਣ, ਜੇ ਬਚ ਵੀ ਗਈ ਜੀ ਜੀ, ਤੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਕੋਸਦੀ ਰਹੂਗੀ। ਜੀ ਜੀ। ਹਾਂਜੀ। ਪਰ ਮੈਂ ਇਹ ਦੇਖਣਾ ਚਾਹੁੰਦਾ ਕਿ ਜਿੱਥੇ ਅੱਜ ਹਰ ਮਾਪੇ ਆਪਣੇ ਬੱਚੇ ਨੂੰ ਕੋਈ ਤੱਤੀ ਹਵਾ ਵੀ ਨਹੀਂ ਲੱਗਣ ਦੇਣਾ ਚਾਹੁੰਦਾ, ਉੱਥੇ ਇੱਦਾਂ ਦੇ ਮਾਵਾਂ ਦੇ ਦੇਈ ਦਿਲ ਅੱਜ ਦੇ ਸਮੇਂ 'ਚ ਹੋ ਗਏ ਕਿ ਆਪਣੇ ਕਿ ਢਿੱਡੋਂ ਜੰਮੇ ਬੱਚੇ ਨੂੰ ਜਿਹੜਾ ਇੰਨਾ ਬੇਰਹਿਮੀ ਨਾਲ ਜਿਹੜਾ ਮਾਰ ਦਿੰਦੇ ਨੇ। ਹਾਂਜੀ, ਕਿਉਂਕਿ ਖਾਣ ਵਾਸਤੇ ਤਾਂ ਦੋ ਰੋਟੀਆਂ ਹੀ ਚਾਹੀਦੀਆਂ। ਚਲੋ ਪਰਮਾਤਮਾ ਕਿਤੇ ਨਾ ਕਿਤੇ ਜ਼ਰੂਰ ਦਿੰਦਾ, ਕਿਸੇ ਨੂੰ ਵੀ ਭੁੱਖਿਆ ਨਹੀਂ। ਉਹ ਜਿਹੜਾ ਘਰ ਦੇ ਵਿੱਚ ਵਿਵਾਦ ਹੁੰਦਾ ਉਹ ਵੀ ਕਈ ਵਾਰੀ ਕਈ ਜਿਹੜੇ ਜਾਣੇ ਆਪਣੇ ਹੰਕਾਰ ਨੂੰ ਠੇਸ ਵੱਜਦੀ ਆ। ਜੀ ਜੀ। ਤੇ ਉਹਦੇ ਕਰਕੇ ਵੀ ਔਰਤਾਂ ਜਿਹੜੀਆਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਲੈਂਦੀਆਂ। ਕੋਈ ਪੱਖੇ ਨਾਲ ਲਟਕ ਜਾਂਦੀ ਆ, ਜੀ ਜੀ, ਠੀਕ ਹੈ ਨਾ, ਕੋਈ ਜ਼ਹਿਰ ਖਾ ਲੈਂਦੀਆਂ ਆ, ਅੱਗ ਲਾ ਲੈਂਦੀਆਂ। ਇਹ ਸਾਰੇ ਹੀ ਕਿਤੇ ਨਾ ਕਿਤੇ ਮਿਲੇ ਜੁਲੇ ਜਿਹੜੇ ਮੁੱਦੇ ਆ ਤੇ ਉਹ ਆਪਣੇ ਹੰਕਾਰ ਨੂੰ ਠੇਸ ਵੱਜਣ ਵਜੋਂ ਹੀ ਹੁੰਦੇ ਆ। ਨਹੀਂ ਤਾਂ ਚਲੋ ਜੇ ਕਹਿੰਦੇ ਹੁੰਦੇ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰ ਦਿੰਦਾ ਤੇ ਉਸ ਇਨਸਾਨ ਦਾ ਜੇ ਪਰਮਾਤਮਾ ਨਾਲ ਪਿਆਰ ਹੈ ਨਾ ਜੀ ਜੀ, ਤੇ ਉਹਦੇ ਲਈ ਬਾਕੀ ਦੇ ਪਤਾ ਨਹੀਂ ਕਿੰਨੇ ਦਰਵਾਜ਼ੇ ਖੋਲ ਦਿੰਦਾ ਉਹ। ਜੀ ਜੀ। ਪਰ ਅਸੀਂ ਪਰਮਾਤਮਾ ਤੇ ਵਿਸ਼ਵਾਸ ਨਹੀਂ ਰੱਖਦੇ ਜੀ ਜੀ, ਤੇ ਪਰਮਾਤਮਾ ਨੂੰ ਧਿਆਉਂਦੇ ਨਹੀਂ, ਪਰਮਾਤਮਾ ਦਾ ਨਾਮ ਨਹੀਂ ਲੈਂਦੇ। ਜੀ ਜੀ। ਤੇ ਅਸੀਂ ਪਰਮਾਤਮਾ ਤੋਂ ਖਾਲੀ ਖੋਲ ਜਿਹੜੇ ਆ ਨਾ ਜੀ, ਉਹ ਫਿਰ ਇਦਾਂ ਦੇ ਅਸੀਂ ਕੰਮ ਕਰਦੇ ਆ। ਆਪ ਮਰਦੇ ਆ ਜਾਂ ਦੂਜੇ ਨੂੰ ਮਾਰਦੇ ਆ। ਜੀ ਜੀ। ਸੋ ਇੱਕ ਤੀਜੀ ਹੋਰ ਇੱਕ ਖਬਰ ਸਾਹਮਣੇ ਆਈ ਆ ਕਿ ਆਪਾਂ ਰੂਬਰੂ ਕਰਾਂਗੇ ਆਪਣੇ ਦਰਸ਼ਕਾਂ ਸਾਹਮਣੇ ਕਿ ਪਿਛਲੇ ਮਤਲਬ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਲੋਕਡਾਊਨ ਦੌਰਾਨ ਜਾਂ ਅਨਲੌਕ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਜਿਹੜੇ ਬੰਦ ਕੀਤੇ ਗਏ ਸਨ, ਉਹਨਾਂ ਦੇ ਵਿੱਚ ਲੰਗਰ ਤੇ ਪ੍ਰਸ਼ਾਦ ਵਰਤਾਉਣ ਦਾ ਜਿਹੜਾ ਸੀਗਾ ਸਿਲਸਿਲਾ ਉਹ ਬੰਦ ਕਰ ਦਿੱਤਾ ਗਿਆ ਸੀਗਾ। ਪਰ ਇਹ ਕੇਂਦਰ ਸਰਕਾਰ ਵੱਲੋਂ ਉਦੋਂ ਐਲਾਨ ਕਰਕੇ ਸਾਰੇ ਪੂਰੇ ਭਾਰਤ ਦੇਸ਼ ਵਿੱਚ ਜਿੰਨੇ ਧਾਰਮਿਕ ਸਥਾਨ ਸੀ ਬੰਦ ਕੀਤੇ ਗਏ। ਪ੍ਰਸ਼ਾਦ 'ਤੇ ਰੋਕ ਲਗਾਈ ਗਈ, ਲੰਗਰਾਂ 'ਤੇ ਰੋਕ ਲਗਾਈ ਗਈ ਕਿ ਇਹ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਲੋਕਾਂ ਦਾ ਇਕੱਠ ਨਾ ਹੋ ਸਕੇ। ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਕੀ ਆ ਐਲਾਨ ਕਰ ਦਿੱਤਾ ਗਿਆ ਕਿ ਧਾਰਮਿਕ ਸਥਾਨਾਂ ਦੇ ਪ੍ਰਸ਼ਾਦ ਤੇ ਲੰਗਰ ਜਿਹੜਾ ਉਹ ਵਰਤਾਇਆ ਜਾ ਸਕਦਾ, ਉਹ ਵੀ ਥੋੜ੍ਹੀਆਂ ਹਦਾਇਤਾਂ ਦੇ ਨਾਲ ਕਿ ਲੰਗਰ ਛਕਾਉਣਾ ਤਾਂ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਣੀ ਚਾਹੀਦੀ ਆ। ਪ੍ਰਸ਼ਾਦ ਵੀ ਮਤਲਬ ਕਿ ਵਰਤਾਉਣਾ ਉਹਦੇ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋਣੀ ਚਾਹੀਦੀ। ਦੂਸਰਾ ਮਾਸਕ ਦੀ ਵਰਤੋਂ ਹੋਣੀ ਚਾਹੀਦੀ ਆ ਤਾਂ ਜੋ ਇਹ ਕਮਿਊਨਿਟੀ ਸਪਰੈਡ ਜਿਹਨੂੰ ਆਪਾਂ ਕਰੋਨਾ ਵਾਇਰਸ ਕਹਿੰਦੇ ਇਸ ਤੋਂ ਜਿਹੜਾ ਸਮਾਜ ਸਾਡਾ ਬਚ ਸਕੇ। ਹਾਂਜੀ, ਕਿਉਂਕਿ ਜੇ ਪ੍ਰਸ਼ਾਦ ਵੰਡਣਾ ਆ ਤਾਂ ਮੈਂ ਤਾਂ ਇਹ ਕਹੂੰਗੀ ਕਿ ਛੋਟੇ ਛੋਟੇ ਲਿਫਾਫੇ ਮਿਲਦੇ ਆ, ਜੀ ਜੀ, ਉਹਨਾਂ ਵਿੱਚ ਪਾ ਕੇ ਤਾਂ ਉੱਤੇ ਉਹ ਲੌਕ ਹੁੰਦਾ ਉਹ ਲੌਕ ਕਰ ਦੋ ਤੇ ਉਹ ਜਾਨੀ ਕਿ ਉਹਨੂੰ ਹੱਥ ਆਪ ਵੀ ਨਾ ਲਾਓ ਤੇ ਦੂਸਰੇ ਜਣੇ ਨੂੰ ਵੀ ਉਹ ਜਿਹੜਾ ਵੰਡ ਵੀ ਰਿਹਾ ਤੇ ਕਿਸੇ ਦੇ ਕੋਲ ਜਾ ਕੇ ਨਾ ਉਹਨੂੰ ਵਰਤਾਵੇ। ਜੀ ਜੀ। ਤੇ ਉਹ ਜਿਹੜਾ ਪੈਕੇਟ ਆ ਉਹ ਦੂਰੋਂ ਉਹਨਾਂ ਨੂੰ ਦਿੱਤਾ ਜਾਵੇ। ਜੀ ਜੀ। ਹੁਣ ਸਰਕਾਰਾਂ ਹਦਾਇਤਾਂ ਨਾਲ ਤੇਜ਼ੀ ਦੇਈ ਜਾ ਰਹੀਆਂ ਕਿ ਨਸ਼ੇ ਤੋਂ ਜਿਹੜੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ। ਹੁਣ ਕਰੋਨਾ ਦੇ ਚੱਲਦਿਆਂ ਵੀ ਮੈਂ ਚਾਹੁੰਦਾ ਕਿ ਜਿਹੜੇ ਨਸ਼ਾ ਕਰਦੇ ਨੇ ਮੇਰੇ ਵੀਰ ਉਹ ਇਸ ਨੂੰ ਛੱਡ ਦੇਣ। ਕਿ ਅੱਜ ਕਪੂਰਥਲਾ ਤੋਂ ਜਸਮੀਤ ਬਾਵਾ ਜੀ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਜਿਹੜੇ ਲੋਕ ਤੰਬਾਕੂ ਜਾਂ ਸਿਗਰਟ ਖਾਂਦੇ ਜਾਂ ਪੀਂਦੇ ਨੇ ਤੇ ਉਹਨਾਂ ਦੇ ਵਿੱਚ ਵੀ ਕਰੋਨਾ ਜਿਹੜਾ ਫੈਲਣ ਦਾ ਜ਼ਿਆਦਾ ਖਤਰਾ ਹੈ। ਹਾਂਜੀ, ਕਿਉਂਕਿ ਇਹ ਤਾਂ ਸਾਰਾ ਪਤਾ ਨਹੀਂ ਕਿਹੜੇ ਕੈਮੀਕਲ ਪਾ ਕੇ ਤਾਂ ਇਹ ਜਿਹੜੇ ਨਸ਼ੇ ਤਿਆਰ ਕਰਦੇ ਆ। ਜੋ ਵੀ ਘਰ ਦਾ ਤੁਹਾਨੂੰ ਸਾਦਾ ਦਾਲ ਫੁਲਕਾ ਮਿਲਦਾ ਉਹ ਖਾਓ, ਉਹਦੇ 'ਚ ਖੁਸ਼ ਰਹੋ। ਇਹ ਦੁਨੀਆ ਤੋਂ ਹਰ ਪ੍ਰਾਣੀ ਨੇ ਜਾਣਾ ਹੀ ਜਾਣਾ। ਹਾਂਜੀ, ਇਹ ਨਸ਼ੇ ਜਿਹੜੇ ਆ ਸਾਰਿਆਂ ਨੂੰ ਛੱਡ ਦੇਣੇ ਚਾਹੀਦੇ ਆ। ਜੀ ਜੀ, ਠੀਕ ਹੈ ਨਾ। ਇਹ ਜਿਹੜਾ ਜੀਵਨ ਆ ਇਹਨੂੰ ਤੁਸੀਂ ਖੂਬਸੂਰਤ ਢੰਗ ਨਾਲ ਜੀਓ। ਜੀ ਜੀ। ਕਿਉਂਕਿ ਮਾਨਸ ਜਨਮ ਦੁਰਲੱਭ ਹੈ, ਜੀ ਮਿਲੇ ਨਾ ਬਾਰੰਬਾਰ। ਜੀ, ਪਤਾ ਨਹੀਂ ਅਗਲੇ ਜਨਮ ਵਿੱਚ ਅਸੀਂ ਕਿੱਥੇ ਕਿਵੇਂ ਹੋਵਾਂਗੇ। ਜੀ ਜੀ। ਇਸ ਕਰਕੇ ਜੋ ਜਨਮ ਮਿਲਿਆ ਹੈ ਇਹਨੂੰ ਤੁਸੀਂ ਬੜੇ ਸੁਚੱਜੇ ਢੰਗ ਨਾਲ ਜੀਓ। ਜੀ ਜੀ। ਤੇ ਦੂਸਰਿਆਂ ਨੂੰ ਵੀ ਖੁਸ਼ ਵੀ ਰੱਖੋ, ਆਪ ਵੀ ਖੁਸ਼ ਰਹੋ। ਜੀ ਜੀ। ਤੇ ਸਾਫ ਸਫਾਈ ਰੱਖੋ। ਜੀ ਜੀ। ਤੇ ਨਸ਼ਿਆਂ ਤੇ ਉਹਨਾਂ ਨੇ ਜਸਮੀਤ ਬਾਵੀ ਨੇ ਗੱਲ ਕੀਤੀ ਕਿ ਸਿਗਰਟ ਪੀਣ ਨਾਲ ਜਿਹੜੇ ਸਾਨੂੰ ਹੋਰ ਵੀ ਲੰਗ ਕੈਂਸਰ ਜਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗਦੀਆਂ। ਤੰਬਾਕੂ ਦੇ ਨਾਲ ਜਿਹੜਾ ਤੰਬਾਕੂ
ਖਾਂਦਾ ਆ ਉਹ ਬਾਰ-ਬਾਰ ਚੁੱਕਣ ਦੀ ਕੋਸ਼ਿਸ਼ ਕਰਦਾ, ਉਹਦੇ ਮੂੰਹ 'ਚ ਬਾਰ-ਬਾਰ ਜਿਹੜੀ ਉਹ ਲਾਲ ਬਣਦੀ ਆ, ਜੋ ਇੱਕ ਕਰੋਨਾ ਦੀ ਇੱਕ ਕਾਰਨ ਬਣ ਸਕਦੀ ਹੈ। ਹਾਂਜੀ, ਉਹ ਇਦਾਂ ਦੇ ਨਸ਼ੇ ਨਹੀਂ ਕਰਨੇ ਚਾਹੀਦੇ ਜਿਹੜੇ ਲੰਗਸ ਦਾ ਕੈਂਸਰ ਬਣਾਉਂਦੇ ਆ। ਜੀ ਜੀ। ਜਿੱਦਾਂ ਸਿਗਰਟ, ਬੀੜੀ, ਤੰਬਾਕੂ। ਜੀ ਜੀ। ਤੇ ਇਹ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਖਾਣ ਨਾਲ ਕੀ ਹੁੰਦਾ ਹੈ, ਜੀ ਸਾਰੀਆਂ ਬਿਮਾਰੀਆਂ ਦਾ ਘਰ ਆ ਇਹ। ਜੀ ਜੀ। ਤੇ ਤੁਸੀਂ ਆਪਣੇ ਇਸ ਸਰੀਰ ਨੂੰ ਸੋਹਣੇ ਮੰਦਰ ਗੁਰਦੁਆਰੇ ਵਾਂਗ ਸਵਾਰ ਕੇ ਰੱਖੋ। ਜੀ। ਤੇ ਇੱਕ ਤੇ ਜੀ ਆਪਣੇ ਕੋਲ ਖਬਰ ਹੋਰ ਆ ਰਹੀ ਆ ਕਿ ਯੂਪੀ ਦੇ ਵਿੱਚ ਜਿਹੜਾ ਹੈ ਨਾ, ਇੱਕ ਤਾਂ ਆਪਾਂ ਕਹਿੰਦੇ ਹੁੰਦੇ ਨਾ ਕਿ ਇਹ ਮਤਲਬ ਕਿ ਜੀਵ ਹੱਤਿਆ ਪਾਪ ਹੁੰਦਾ। ਹਾਂਜੀ। ਆਪਾਂ ਮੰਨਦੇ ਹਾਂ ਨਾ ਇਸ ਚੀਜ਼ ਕਿ ਜੀਵ ਹੱਤਿਆ ਜਿਹੜਾ ਉਹ ਪਾਪ ਅਸੀਂ ਉਹਨੂੰ ਮੰਨਦੇ ਆਪਣੇ ਧਰਮਾਂ ਦੇ ਵਿੱਚ। ਹਾਂਜੀ। ਤੇ ਯੂਪੀ ਦੇ ਵਿੱਚ ਗਊ ਹੱਤਿਆ ਕਰਨ ਵਾਲੇ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਉੱਥੇ ਦੀ ਜਿਹੜੀ ਸਰਕਾਰ ਨੇ ਐਲਾਨ ਕੀਤਾ। ਹਾਂਜੀ, ਇਹ ਚੰਗਾ ਕੀਤਾ ਕਿਉਂਕਿ ਚਲੋ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ। ਜੀ ਜੀ। ਤੇ ਬਾਕੀ ਜਿਹੜੇ ਪਸ਼ੂ ਪਾਲਦੇ ਆ, ਜੀ ਜੀ, ਉਹਨਾਂ ਨੂੰ ਚਾਹੀਦਾ ਜਿਹੜੇ ਉਹਦੇ ਵਿੱਚ ਉਹਨਾਂ ਦੇ ਬਿਨਾਂ ਵਰਤੋਂ ਵਾਲੇ ਪਸ਼ੂ ਹੁੰਦੇ ਆ, ਛੋਟੇ ਛੋਟੇ ਕੱਟੇ ਬੱਚੇ। ਜੀ ਜੀ। ਤੇ ਉਹ ਉਹਨਾਂ ਨੂੰ ਜਾਂ ਤਾਂ ਆਪ ਗਊਸ਼ਾਲਾ ਛੱਡ ਕੇ ਜਾਣ। ਜੀ ਜੀ। ਕਿਉਂਕਿ ਜਿਹੜੀਆਂ ਗਊਸ਼ਾਲਾ ਬਣੀਆਂ ਹੋਈਆਂ ਉੱਥੇ ਛੱਡ ਕੇ ਜਾਣ। ਜੀ। ਪਰ ਉਹ ਕੀ ਕਰਦੇ, ਉੱਥੋਂ ਵੇਚ ਕੇ ਬੁੱਚੜਾਂ ਨੂੰ ਦੇ ਦਿੰਦੇ ਆ, ਬੁੱਚੜ ਉਹਨਾਂ ਨੂੰ ਵੱਢ ਕੇ ਉਹਨਾਂ ਦਾ ਮਾਂਸ ਵੇਚਦੇ ਆ। ਜੀ। ਤੇ ਕਿਤੇ ਹੱਦ ਤੱਕ ਇਹ ਗੱਲ ਚੰਗੀ ਨਹੀਂ ਹੈਗੀ ਜੀਵ ਹੱਤਿਆ ਦੀ। ਜਿਸ ਵੀ ਇਨਸਾਨ ਨੇ ਕਦਮ ਚੁੱਕਿਆ ਹੈ, ਜੀ ਜੀ, ਤੇ ਉਹਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਕਿ ਜੀਵ ਹੱਤਿਆ ਨੂੰ ਰੋਕਣ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਜੀ ਜੀ। ਕਿਤੇ ਨਾ ਕਿਤੇ ਸਮਾਜ ਨੂੰ ਸੇਧ ਮਿਲੇਗੀ ਹਾਂਜੀ। ਕਿ ਜੀਵ ਹੱਤਿਆ ਇੱਕ ਪਾਪ ਅਸੀਂ ਆਪਣੇ ਧਰਮ ਦੇ ਵਿੱਚ ਮੰਨਦੇ, ਅਸੀਂ ਨਾ ਕਰੀਏ ਤਾਂ ਦੂਸਰਿਆਂ ਨੂੰ ਵੀ ਹਦਾਇਤ ਕਰੀਏ ਕਿ ਜੀਵ ਹੱਤਿਆ ਜਿਹੜੀ ਆ ਨਾ ਕੀਤੀ ਜਾਵੇ। ਹਾਂਜੀ। ਤੇ ਇੱਕ ਤੀਜੀ ਆਪਣੇ ਕੋਲ ਅਪਡੇਟ ਆ ਰਹੀ ਆ ਕਿ ਰਾਜਸਥਾਨ ਦੇ ਜੈਪੁਰ ਦੇ ਇੱਕ ਹੀ ਘਰ ਵਿੱਚੋਂ ਜਿਹੜੇ ਕਿ 26 ਕਰੋਨਾ ਪੋਜ਼ਿਟਿਵ ਜਿਹੜੇ ਮਾਮਲੇ ਆ, ਜਾਣੀ ਕਿ ਸਾਹਮਣੇ ਆਏ ਕਿ ਇੱਕ ਹੀ ਘਰ ਵਿੱਚ ਰਹਿਣ ਵਾਲੇ 26 ਜਿਹੜੇ ਉਹ ਹੀ ਇੱਕ ਦੂਸਰੇ ਨੂੰ ਵੰਡੀ ਗਏ ਹੈ ਨਾ ਬਿਮਾਰੀ। ਉਹ ਕਿੰਨਾ ਬੁਰੀ ਗੱਲ ਤੇ ਉੱਥੇ ਜਿਹੜੀ ਆਪਣੀ WHO ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਸੰਸਥਾ, ਉਹਨਾਂ ਨੇ ਵੀ ਇਹ ਆਉਣ ਵਾਲੇ ਸਿੱਟਿਆਂ ਬਾਰੇ ਕਿਹਾ ਕਿ ਕਰੋਨਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਿਆਨਕ ਜਿਹੜਾ ਰੂਪ ਲੈ ਸਕਦਾ। ਹਾਂਜੀ, ਇਹ ਤਾਂ ਫਿਰ ਜਿੱਦਾਂ ਹੁਣ ਇੱਕ ਪਰਿਵਾਰ ਦੇ 26 ਮੈਂਬਰ ਸਾਰੇ ਦੇ ਸਾਰੇ ਹੀ ਉਹ ਪੋਜ਼ਿਟਿਵ ਹੋ ਗਏ ਆ। ਜੀ ਜੀ। ਇਹ ਤਾਂ ਬਹੁਤ ਹੀ ਮੁਸ਼ਕਲ ਵਾਲੀ ਗੱਲ ਹੋ ਗਈ ਪਰਿਵਾਰ ਲਈ। ਜੀ ਜੀ। ਹੁਣ ਜਿਸ ਤਰ੍ਹਾਂ ਕਿ ਇੱਕ ਤਾਂ ਭਿਆਨਕ ਸਿੱਟੇ ਸਾਨੂੰ ਸਰਕਾਰਾਂ ਜਾਂ ਜਿਹੜੀਆਂ ਸਿਹਤ ਵਿਭਾਗ ਜਿਹੜੇ ਉਹ ਸਾਨੂੰ ਸਿੱਟੇ ਦੱਸ ਰਹੀਆਂ ਕਿ ਆਉਣ ਵਾਲੇ ਜਿਹੜੇ ਰੂਪ ਆ ਇਸ ਦੇ ਭਿਆਨਕ ਹੋਣਗੇ। ਦੂਸਰੇ ਪਾਸੇ ਇੱਕ ਹੀ ਘਰ ਵਿੱਚੋਂ 26 ਮਰੀਜ਼ ਮਿਲਦੇ ਨੇ। ਤੇ ਇੱਕ ਅੰਮ੍ਰਿਤਸਰ ਦੇ ਵਿੱਚ ਪ੍ਰਾਈਵੇਟ ਲੈਬ ਵੱਲੋਂ ਜਿਹੜੀ ਟੈਸਟਿੰਗ ਕੀਤੀ ਜਾ ਰਹੀ ਸੀਗੀ, ਇੱਕ ਪਾਸੇ ਉਹ ਕਰੋਨਾ ਪੋਜ਼ਿਟਿਵ ਨੂੰ ਨੈਗੇਟਿਵ ਕਹਿ ਰਹੇ ਨੇ, ਇੱਕ ਪਾਸੇ ਨੈਗੇਟਿਵ ਨੂੰ ਪੋਜ਼ਿਟਿਵ ਕਹਿ ਰਹੇ ਨੇ। ਪਰ ਜਿਹੜੇ ਅੰਮ੍ਰਿਤਸਰ ਦੇ ਸਿਵਲ ਸਰਜਨ ਨੇ ਉਹਨਾਂ ਨੇ ਇਸ ਪ੍ਰਾਈਵੇਟ ਲੈਬ ਉੱਤੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਹੈ। ਹਾਂਜੀ, ਇਹ ਤਾਂ ਗਲਤ ਗੱਲ ਆ ਲੈਬ ਦੀ, ਕਿਉਂਕਿ ਇਹ ਤਾਂ ਨਹੀਂ ਹੋਣਾ ਚਾਹੀਦਾ। ਜੀ ਜੀ। ਕਿ ਜੇ ਨਹੀਂ ਪੋਜ਼ਿਟਿਵ ਹੈਗਾ ਉਹਨੂੰ ਤੁਸੀਂ ਫਿਕਰਮੰਦ ਬਣਾਤਾ ਇਹ ਕਹਿ ਕੇ ਕਿ ਤੂੰ ਪੋਜ਼ਿਟਿਵ ਆ। ਜੀ ਜੀ। ਤੇ ਜਿਹੜਾ ਪੋਜ਼ਿਟਿਵ ਆ ਜੀ, ਉਹ ਤਾਂ ਬੀਵੇਅਰ ਹੋ ਗਿਆ ਨਾ, ਉਹਨੇ ਕਿਹਾ ਮੈਂ ਤਾਂ ਪੋਜ਼ਿਟਿਵ, ਮੈਂ ਨੈਗੇਟਿਵ ਆ। ਜੀ। ਉਹ ਤਾਂ ਫਿਰ ਦੂਸਰਿਆਂ ਨੂੰ ਕਿੰਨਿਆਂ ਨੂੰ ਬਿਮਾਰ ਕਰਕੇ ਆਊਗਾ। ਜੀ। ਇਸ ਕਰਕੇ ਜਿਹੜਾ ਕਰੋਨਾ ਦਾ ਟੈਸਟ ਹੈ ਨਾ ਪੋਜ਼ਿਟਿਵ ਨੈਗੇਟਿਵ ਦਾ, ਜੀ, ਬਹੁਤ ਹੀ ਧਿਆਨ ਵਿੱਚ ਰੱਖ ਕੇ ਮਰੀਜ਼ ਨੂੰ ਦੱਸਿਆ ਜਾਣਾ ਚਾਹੀਦਾ। ਜੀ। ਕੋਈ ਵੀ ਗਲਤ ਟੈਸਟ ਜਿਹੜਾ ਨਾ ਦੱਸੋ ਕਿ ਉਹਦੇ ਨਾਲ ਸਾਰਿਆਂ ਨੂੰ ਮੁਸ਼ਕਲਾਂ ਖੜੀਆਂ ਹੋ ਸਕਦੀਆਂ। ਜੀ ਜੀ। ਤੇ ਇੱਕ ਤੇ ਜੀ ਆਪਣੇ ਖਬਰ ਆਈ ਆ ਹੁਣੇ ਆਪਣੇ ਕੋਲ ਕਿ ਸੰਗਰੂਰ ਦੇ ਵਿੱਚ ਇੱਕ ਨਾਕੇ ਤੇ ਇੱਕ ASI ਇਹ ਦਾ ਜਿਹੜਾ ਕੀ ਆ ਮੌਤ ਦੀ ਜਿਹੜੀ ਖਬਰ ਸਾਹਮਣੇ ਆਈ ਆ। ਪਤਾ ਲੱਗਾ ਕਿ ਸਰਵਿਸ ਰਿਵਾਲਵਰ ਡਿਊਟੀ ਤੇ ਤੈਨਾਤ ਸੀ ASI। ਸਰਵਿਸ ਰਿਵਾਲਵਰ ਵਿੱਚੋਂ 5 ਜਿਹੜੇ ਆ ਰੌਂਦ ਚੱਲੇ ਨੇ, ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਸ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਕਿ ਇਹ ਹਾਦਸਾ ਸੀਗਾ ਕਿ ਖੁਦਕੁਸ਼ੀ ਸੀ। ਹਾਂਜੀ, ਫਿਰ ਇਹ ਤਾਂ ਹੁਣ ਪੁਸ਼ਟੀ ਕਰਨ ਤੇ ਪਤਾ ਲੱਗੂਗਾ ਕਿ ਕੀ ਉਹਦਾ ਹੋਇਆ। ਕਹਿਣ ਦਾ ਮਤਲਬ ਕਿ ਡਿਊਟੀ ਤੇ ਉਹਦੇ ਕੋਲੋਂ ਕਿੱਦਾਂ ਚੱਲ ਗਏ, ਜਾਂ ਕੀ ਰਿਵਾਲਵਰ ਦਾ ਲੋਕ ਖੋਲਿਆ ਹੋਇਆ ਸੀ, ਜੀ ਜੀ, ਜਾਂ ਉਹ ਕਿਤੇ ਦਵਾ ਹੋ ਗਏ ਉਹਦੇ ਕੋਲ ਚੱਲ ਗਏ ਹਨਾ ਕੁਝ। ਜੀ। ਹਾਂਜੀ। ਪਰ ਇੱਕ ਹੋਰ ਆਪਣਾ ਸਕੂਲ ਦੀਆਂ ਫੀਸਾਂ ਦਾ ਮੁੱਦਾ ਬੜਾ ਭਖਿਆ ਹੋਇਆ। ਕੱਲ ਵੀ 2 ਮੀਟਿੰਗਾਂ ਹੋਈਆਂ ਸਰਕਾਰ ਅਤੇ ਬੱਚਿਆਂ ਦੇ ਮਾਪੇ ਅਤੇ ਸਕੂਲ ਪ੍ਰਬੰਧਕਾਂ ਦੇ ਵਿਚਕਾਰ। ਉਹਨਾਂ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ ਕਿ ਭਾਈ ਸਕੂਲ ਦੀਆਂ ਫੀਸਾਂ ਬੱਚਿਆਂ ਦੇ ਮਾਪੇ ਕਿਉਂ ਭਰਨ, ਉਸਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਅੱਜ ਫਿਰ ਇੱਕ ਵਾਰ ਸਕੂਲ ਦੇ ਸਰਕਾਰ, ਬੱਚਿਆਂ ਦੇ ਮਾਪੇ ਤੇ ਸਕੂਲ ਪ੍ਰਬੰਧਕ ਵੱਲੋਂ ਮੀਟਿੰਗ ਕੀਤੀ ਜਾ ਰਹੀ ਆ ਕਿ ਜਿਹੜਾ ਕੋਈ ਵਿਚਕਾਰ ਦਾ ਕੋਈ ਰਸਤਾ ਕੱਢਿਆ ਜਾਵੇ ਤਾਂ ਜੋ ਬੱਚਿਆਂ ਦੇ ਮਾਪਿਆਂ ਨੂੰ ਜਿਹੜੀ ਰਾਹਤ ਮਿਲ ਸਕੇ। ਹਾਂਜੀ, ਉਹ ਕੋਈ ਨਾ ਕੋਈ ਜ਼ਰੂਰ ਬੈਠ ਕੇ ਮੀਟਿੰਗ ਦੇ ਵਿੱਚ ਮਤਾ ਪਾਸ ਕਰੂਗੇ। ਜੀ ਜੀ। ਕਿ ਕਿਹੜੇ ਕਰਕੇ ਉਹ ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜਾ
ਸਕੂਲਾਂ ਨੂੰ ਫੋਨ ਕਰਨ ਜੀ ਪਰ ਸਕੂਲ ਹਦਾਇਤ ਦੇਣ ਵੀ 2-3 ਮਹੀਨਿਆਂ ਦੀ ਜਿਹੜੀ ਫੀਸ ਆ ਉਹ ਮਾਫ ਕਰ ਦਿੱਤੀ ਜਾਵੇ ਤੇ ਬੱਚੇ ਦੇ ਮਾਪ ਜਿੱਦਾਂ ਹੁਣ ਪੰਜਾਬ ਹਰਿਆਣਾ ਜਿਹੜੀ ਗਵਰਨਮੈਂਟ ਕੋਰਟ ਨੇ ਇੱਕ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਆ 70% ਤੱਕ ਫੀਸ ਲੈ ਸਕਦੇ ਆ ਪਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਲੋਕਡਾਊਨ ਦੌਰਾਨ ਤਾਂ ਕੋਈ ਕੰਮ ਨਹੀਂ ਹੋਇਆ ਤੇ ਕਾਰੋਬਾਰ ਵੀ ਨਹੀਂ ਕੋਈ ਚੱਲਿਆ ਤੇ ਦੂਸਰਾ ਸਕੂਲ ਵੀ ਬੰਦ ਸਨ ਤਾਂ ਫਿਰ ਵੀ ਉਹ 70% ਜਿਹੜੀ ਫੀਸ ਉਹ ਕਿਉਂ ਦੇਗੀ। ਹਾਂਜੀ ਉਹ ਤਾਂ ਆਪਣੀ ਜਗ੍ਹਾ ਸਹੀ ਆ ਕਿਉਂਕਿ ਉਹਨਾਂ ਦੇ ਕੋਲ ਪੈਸੇ ਕਿੱਥੋਂ ਆਉਣੇ ਆ ਲੋਕ ਵਿਚਾਰਿਆਂ ਨੂੰ ਕੋਈ ਪੈਕੇਜ ਵੰਡ ਕੇ ਗਏ ਆ ਤਾਂ ਉਹਨਾਂ ਦੇ ਘਰ ਦੇ ਥੋੜੇ ਬਹੁਤੇ ਗੁਜ਼ਾਰੇ ਹੋਏ ਆ ਹਨਾ ਜੀ ਤੇ ਫਿਰ ਘਰ ਬੈਠਿਆਂ ਦਾ ਤਾਂ ਔਖਾ ਆ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਚਾਹੀਦਾ ਕਿ ਜੇ ਸਕੂਲ ਵਿੱਚ ਬੱਚੇ ਪੜ੍ਹਾਉਣੇ ਆ ਤਾਂ ਉਹਨਾਂ ਦੀ ਜਿਹੜੀ ਫੀਸ ਆ ਜਿਹੜੀ ਆ ਲੋਕਡਾਊਨ ਦੇ ਵਿੱਚ ਆ ਉਹ ਮਾਫ ਕਰਨ ਜੀ ਤੇ ਇੱਕ ਦੋਸਤੋ ਆਪਣੇ ਕੋਲ ਨਵੀਂ ਅਪਡੇਟ ਆ ਰਹੀ ਹੈ ਕਿ ਪਾਕਿਸਤਾਨ ਵਿੱਚ ਜਿਹੜਾ ਜੁਲਾਈ ਅਗਸਤ ਦੇ ਮਹੀਨੇ ਤੱਕ ਜਿਹੜਾ ਕਰੋਨਾ ਦੇ ਭਿਆਨਕ ਰੂਪ ਸਾਹਮਣੇ ਆ ਸਕਦੇ ਨੇ ਉੱਥੇ ਦੀ ਮੌਜੂਦਾ ਸਰਕਾਰ ਇਮਰਾਨ ਖਾਨ ਵੱਲੋਂ ਇਹ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਇੱਕ ਆਪਣੇ ਕੋਲ ਅੰਮ੍ਰਿਤਸਰ ਤੋਂ ਵੀ ਖਬਰ ਜਿਹੜੀ ਆ ਰਹੀ ਆ ਕਿ ਅੰਮ੍ਰਿਤਸਰ ਤੇਜ਼ੀ ਜੀ ਹੌਟਸਪੌਟ ਬਣਦਾ ਜਾ ਰਿਹਾ 500 ਤੋਂ ਵੱਧ ਜਿਹੜੇ ਮਰੀਜ਼ ਸਾਹਮਣੇ ਆ ਚੁੱਕੇ ਆ ਤੇ ਕਈ ਇਲਾਕੇ ਜਿਹੜੇ ਸੀਲ ਕਰ ਦਿੱਤੇ ਗਏ ਆ ਪ੍ਰਸ਼ਾਸਨ ਕਹਿ ਰਿਹਾ ਕਿ ਲੋਕਾਂ ਵੱਲੋਂ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲ ਰਿਹਾ ਜੇਕਰ ਕੋਈ ਟੈਸਟਿੰਗ ਕਰਨ ਵਾਸਤੇ ਘਰਾਂ ਦੇ ਵਿੱਚ ਜਾ ਰਿਹਾ ਤੇ ਲੋਕੀ ਦਰਵਾਜ਼ੇ ਬੰਦ ਕਰ ਰਹੇ ਉਹ ਜਦੋਂ ਤਾਂ ਨਿਕਲਦੇ ਦੇਖੋ ਮਰੀਜ਼ ਬਣਾਈ ਜਾਂਦੇ ਆ ਪਰ ਜੇ ਹੁਣ ਟੀਮ ਘਰ ਪਹੁੰਚਦੀ ਆ ਤੇ ਆਪਣਾ ਟੈਸਟ ਨਹੀਂ ਕਰਵਾ ਰਹੇ ਤਾਂ ਚੰਗੀ ਗੱਲ ਨਹੀਂ ਹੈਗੀ ਜੀ ਤੇ ਟੀਮ ਨੂੰ ਤੁਸੀਂ ਆਪਣੇ ਟੈਸਟ ਕਰਵਾਓ ਜੀ ਤਾਂ ਜੋ ਤੁਹਾਡਾ ਬਚਾਅ ਹੋ ਸਕੇ ਜੀ ਵੀ ਜੇ ਕਿਤੇ ਨਾ ਕਿਤੇ ਤੁਹਾਨੂੰ ਕੋਈ ਪੋਜ਼ਿਟਿਵਿਟੀ ਆ ਜਾਂਦੀ ਆ ਤਾਂ ਉਹਦਾ ਇਲਾਜ ਵੀ ਹੋ ਸਕਦਾ ਹਨਾ ਤੇ ਤੁਸੀਂ ਸਰਕਾਰਾਂ ਦਾ ਸਾਥ ਦਿਓ ਜੀ ਹਾਂਜੀ ਆਪ ਵੀ ਸੁਰੱਖਿਅਤ ਰਹੋ ਦੂਜਿਆਂ ਨੂੰ ਰੱਖਣ ਦੀ ਕੋਸ਼ਿਸ਼ ਕਰੋ ਜੀ ਤੇ ਮੈਂ ਹੁਣ ਜੀ ਜਾਣਨਾ ਚਾਹਾਂਗਾ ਕਿ ਕੱਲ ਵੀ ਸਾਨੂੰ ਦਰਸ਼ਕਾਂ ਨੇ ਇੱਕ ਤੁਹਾਡੇ ਸ਼ਬਦ ਸੀਗੇ ਆਤਮਾ ਨੂੰ ਪਰਮਾਤਮਾ ਦਾ ਸੁਝਾਅ ਉਸ ਬਾਰੇ ਉਹਨਾਂ ਨੇ ਵਿਚਾਰ ਥੋੜੇ ਅੱਜ ਹੋਰ ਉਸਦੀ ਜਿਹੜੀ ਹੈ ਡੈਫੀਨੇਸ਼ਨ ਹੋਰ ਥੋੜੀ ਉਹ ਜਾਣਨਾ ਚਾਹੁੰਦੇ ਨੇ ਤੇ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਤਹਿਲਕਾ ਪੰਜਾਬ ਦੇ ਦਰਸ਼ਕਾਂ ਨੂੰ ਥੋੜਾ ਜਿਹਾ ਆਤਮਾ ਨੂੰ ਪਰਮਾਤਮਾ ਦਾ ਸੁਝਾਅ ਇਸ ਡੈਫੀਨੇਸ਼ਨ ਥੋੜਾ ਕਲੀਅਰ ਕਰ ਦਿਓ ਤਾਂ ਜੋ ਸਾਡੇ ਦਰਸ਼ਕ ਜਿਹੜੇ ਸੰਤੁਸ਼ਟ ਹੋ ਸਕਣ। ਹਾਂਜੀ ਇਹ ਤਾਂ ਆਪਾਂ ਪਿਛਲੀਆਂ ਕੜੀਆਂ ਵਿੱਚ ਵੀ ਗੱਲ ਕੀਤੀ ਆ ਕਿ ਜਿਹੜੀ ਧਰਤੀ ਔਰ ਆਸਮਾਨ ਦੇ ਵਿਚਲਾ ਸਪੇਸ ਆ ਉਹਦੇ ਵਿੱਚ ਚਮਤਕਾਰੀ ਵਾਈਬ੍ਰੇਸ਼ਨ ਵਰਕ ਕਰਦੀ ਆ ਜੀ ਤੇ ਜਦੋਂ ਵੀ ਉਹਨੇ ਕੋਈ ਕੰਮ ਕਰਨਾ ਹੁੰਦਾ ਜੀ ਤੇ ਉਹ ਇੱਕ ਵਿਸ਼ਨੂੰ ਜੀ ਦਾ ਰੂਪ ਲੈਂਦੀ ਹੈ ਜੀ ਨਰਾਇਣ ਉਸ ਜੋਤ ਨੂੰ ਕਹਿੰਦੇ ਨਰਾਇਣ ਉਹ ਜੋਤ ਨੂੰ ਤਾਂ ਨਰਾਇਣ ਕਹਿੰਦੇ ਕਿਉਂਕਿ ਉਹ ਵਿਸ਼ਨੂੰ ਭਗਵਾਨ ਜੀ ਦੇ ਮੁਖਾਰ ਬਿੰਦ ਤੋਂ ਜਿਹੜਾ ਨਿਕਲਿਆ ਸ਼ਬਦ ਆ ਜੀ 1161 ਸਫੇ ਦੇ ਉੱਤੇ ਆ ਜੀ ਗੁਰੂ ਗ੍ਰੰਥ ਸਾਹਿਬ ਦੀ 1161 ਸਫੇ ਦੇ ਉੱਤੇ ਆ ਜੀ ਇਹ ਜੋ ਨਾ ਭਜੰਤੇ ਨਰਾਇਣਾ ਤਿਨਕਾ ਮੈਂ ਨਾ ਕਰੂ ਦਰਸ਼ਨ ਜੀ ਕਿਉਂਕਿ ਉਹ ਅੱਖਰੀ ਲਿਖਣ ਬੋਲਣ ਬਾਣ ਦੇ ਮੁਤਾਬਕ ਜਿਹੜੇ ਉਹ ਬਾਣ ਆ ਅੱਖਰੀਆਂ ਦੇ ਜੀ ਉਹ ਨਰਾਇਣ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਆਏ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਵੀ ਬਾਣੀ ਲਿਖੀ ਜਾਂ ਜਿੰਨੇ ਵੀ ਭੱਟ ਸਾਹਿਬਾਨ ਨੇ ਬਾਣੀ ਲਿਖੀ ਆ ਜੀ ਜਾਂ ਜਿੰਨੇ ਵੀ ਸੰਤ ਸਮਾਜ ਨੇ ਬਾਣੀ ਲਿਖੀ ਆ ਜਿੱਦਾਂ ਕਬੀਰ ਸਾਹਿਬ ਜੀ ਨੇ ਲਿਖੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਲਿਖੀ ਜੀ ਤੇ ਉਹ ਸਾਰੀ ਬਾਣੀ ਜਿਹੜੀ ਆ ਧੁਰਦੀ ਬਾਣੀ ਆ ਇਹ ਤਿੰਨ ਸਤਗਲੀ ਚਿੰਤ ਮਟਾਈ ਦੇ ਮੁਤਾਬਕ ਉਹ ਸ਼ਬਦ ਜਿਹੜਾ ਨਰਾਇਣ ਆ ਉਸ ਨਰਾਇਣ ਸ਼ਬਦ ਨੂੰ ਹੀ ਤਾਂ ਸਾਰਾ ਜਿਹੜਾ ਵਿਸ਼ਵ ਆ ਉਹ ਭਾਲਣ ਲੱਗਾ ਹੋਇਆ ਜੀ ਕਿ ਸਾਨੂੰ ਜਿਹੜਾ ਟੁੱਕਦਾ ਸ਼ਬਦ ਇੱਕ ਉਹ ਮਿਲ ਜਾਵੇ ਕਿ ਜਿਹਦੇ ਨਾਲ ਸਾਡੀ ਪਰਮਾਤਮਾ ਨਾਲ ਪ੍ਰਾਪਤੀ ਬਣ ਜਾਏ ਜੀ ਤੇ ਉਹ ਸ਼ਬਦ ਹੈਗਾ ਕਿ ਨਰਾਇਣ ਜਪੋ ਕਿਉਂਕਿ ਉਹ ਨਰਾਇਣ ਬਹੁਤ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਵਾਲ ਹੈ ਜੀ ਤੇ ਉਸ ਨਰਾਇਣ ਸ਼ਬਦ ਨੂੰ ਜਪਣ ਨਾਲ ਕਿਉਂਕਿ ਉਹ ਚਮਤਕਾਰੀ ਜੋਤ ਆ ਜੀ ਤੇ ਉਹਨੂੰ ਜਪਣ ਦੇ ਨਾਲ ਹੀ ਆਤਮਾ ਦੀ ਪਰਮਾਤਮਾ ਦੀ ਤੇ ਰਿਸ਼ਤੇ ਦੀ ਖੇਡ ਬਣਨੀ ਆ ਜੀ ਤੇ ਬੇਸੁਕਮ ਸਰੀਰ ਵਿੱਚੋਂ ਨਿਕਲ ਕੇ ਪਰਮਾਤਮਾ ਘਰ ਪਹੁੰਚ ਕੇ ਬਹੁਤ ਕੁਝ ਲਿਆ ਸਕਦਾ ਜੇ ਉਹ ਬਾਣੀਆਂ ਲਿਆ ਸਕਦੇ ਸੀ ਜੀ ਠੀਕ ਹੈ ਨਾ 1430 ਸਫੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੀ ਗਈ ਆ ਤੇ ਉਹਨਾਂ ਨੇ ਆਪਣੇ ਸੁਖਮ ਨੂੰ ਕੱਢ ਕੇ ਤੇ ਨਰਾਇਣ ਪਾਤਸ਼ਾਹ ਦੇ ਨਾਲ ਸੱਚਖੰਡ ਵਿੱਚ ਜਾ ਕੇ ਸਾਹਮਣਾ ਕੀਤਾ ਮੀਟਿੰਗ ਕੀਤੀ ਉੱਥੋਂ ਫਿਰ ਉਹਨਾਂ ਦੇ ਕੋਲ ਉਹ ਬਾਣੀ ਲਿਆ ਕੇ ਲਿਖੀ ਤੇ ਉਹ ਬਾਣੀ ਜਿਹੜੀ ਆ ਨਰਾਇਣ ਦੇ ਬਾਣ ਆ ਬੋਲਾਂ ਦੇ ਬਾਣ ਆ ਤੇ ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਬਾਣ ਆ ਤੇ ਉਹ ਤਾਂ ਕਰਕੇ ਉਹਨਾਂ ਨੂੰ ਕਹਿੰਦੇ ਉਸ ਬਾਣਾ ਦੇ ਸੁਝਾਅ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਲਈ ਸਾਰੀ ਮਨੁੱਖਤਾ ਲਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਸਿਰਫ ਕਿਸੇ ਇੱਕ ਮਜ਼ਹਬ ਮੁਲਕ ਲਈ ਨਹੀਂ ਹੈਗੀ ਜੀ। ਉਹ ਜਿੰਨੀ ਵੀ ਮਨੁੱਖਤਾ ਧਰਤੀ ਦੇ ਉੱਤੇ ਇਸ ਸਮੇਂ ਵਿਰਾਜਮਾਨ ਆ ਜੀ ਜੀ ਉਹਦੀ ਸਿਹਤ ਸਾਰਿਆਂ ਵਾਸਤੇ ਹੀ ਆ ਜੀ। ਠੀਕ ਹੈ ਨਾ। ਜਿਹੜਾ ਕੋਈ ਮੰਨ ਲੈਂਦਾ ਉਹਦੇ ਵਾਸਤੇ ਬਹੁਤ ਹੀ ਵਧੀਆ ਉਹ ਇੱਕ ਟੀਕਾ ਆ ਜੀ ਜੋ ਬਹੁਤ ਅਸਰਦਾਰ ਆ ਜੀ। ਤੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਉਹ ਚੁੱਕੋ ਹਉਮੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਿਆਂ ਦਾ ਇੱਕ ਟੀਕਾ ਆ ਜੀ। ਤੇ ਆਪਾਂ ਗੱਲ ਕਰਾਂਗੇ ਅਗਿਆਨਤਾ ਦੀ ਜੀ। ਤੇ ਅਗਿਆਨਤਾ ਜਿਹੜੀ ਹੈ ਨਾ ਇਹ ਇਨਸਾਨ ਨੂੰ ਰਾਖਸ਼ ਬਣਾਉਂਦੀ ਹੈ ਜੀ। ਤੇ ਆਪਾਂ ਕਰਾਂਗੇ ਗਿਆਨੀ ਦੇ ਦੋ ਮਾਇਨੇ ਹੁੰਦੇ ਆ ਜੀ। ਉਹਨੂੰ ਹੌਲੇ ਲਿਖਣਾ ਗਿਆਨੀ ਜੀ। ਗਿਆਨੀ ਦੋ ਵਾਰੀ ਲਿਖ ਲੈਣਾ ਉਹਨੂੰ ਗਿਆਨੀ ਗਿਆਨੀ। ਜੀ। ਪਹਿਲਾ ਜਿਹੜਾ ਲਿਖਿਆ ਆਪਾਂ ਗਿਆਨੀ ਜੀ। ਉਹ ਸ਼ਬਦ ਦਾ ਮਤਲਬ ਆ ਕਿ ਜਿੱਦਾਂ ਆਪਾਂ ਗੁਰਦੁਆਰੇ ਜਾਂਦੇ ਆ ਆਪਾਂ ਗੁਰੂਆਂ ਦੀ ਬਾਣੀ ਸੁਣਦੇ ਆ ਪ੍ਰਚਾਰਕ ਸਾਨੂੰ ਪ੍ਰਚਾਰ ਕਰਕੇ ਨਰਾਇਣ ਪਾਤਸ਼ਾਹ ਪਰਮੇਸ਼ਵਰ ਪ੍ਰਭੂ ਦੇ ਨਾਲ ਮਿਲਾਪ ਕਰਨ ਦੀ ਵਿਧੀ ਦੱਸਦੇ ਆ ਜੀ। ਤੇ ਉਹ ਵਿਧੀ ਨੂੰ ਸੁਣ ਕੇ ਅਸੀਂ ਆਪਣੇ ਘਰ ਆ ਕੇ ਫਿਰ ਉੱਤੇ ਵਿਚਾਰ ਕਰਕੇ ਉਹਦੇ ਤੇ ਚੱਲਣਾ ਕਰਦੇ ਆ ਜੀ। ਤੇ ਉਹਨੂੰ ਕਹਿੰਦੇ ਆ ਜਦੋਂ ਉਹਨੂੰ ਸਮਝ ਆ ਜਾਂਦੀ ਆ ਉਸ ਗੱਲ ਦੀ ਕਿ ਇਹਨਾਂ ਨੇ ਸਾਨੂੰ ਨਰਾਇਣ ਪਾਤਸ਼ਾਹ ਦੇ ਨਾਲ ਮਿਲਾਪ ਕਰਕੇ ਆਤਮਾ ਦੀ ਮੁਕਤੀ ਆ ਜੀ। ਜਿਹਨੂੰ ਸਮਝ ਲੱਗੀ ਜੀ ਜੀ। ਤੇ ਅਸੀਂ ਕਹਿ ਦਿੰਦੇ ਨਾ ਕਿ ਉਹ ਗਿਆ ਨਹੀਂ ਗਿਆ। ਜੀ ਜੀ। ਜੇ ਤਾਂ ਗਿਆ ਤਾਂ ਉਹਨੂੰ ਅਸੀਂ ਕਹਿ ਦਿੰਦੇ ਆ ਉਹ ਗਿਆ ਨਹੀਂ ਜੀ। ਵੀ ਉਹ ਕਦੇ ਗਿਆ ਹੀ ਨਹੀਂ। ਕਦੇ ਗਿਆ ਹੀ ਨਹੀਂ ਜੀ। ਹਾਂਜੀ ਦੋ ਸ਼ਬਦ ਆ ਗਿਆ ਨਹੀਂ ਮਤਲਬ ਕਿ ਜੇ ਉਹਨੇ ਅਗਿਆਨੀ ਆ ਤੇ ਉਹ ਕਦੇ ਵੀ ਉਸ ਮਾਲਕ ਦੇ ਘਰ ਜਾ ਕੇ ਉੱਥੋਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਮਤਲਬ ਕਿ ਉਹ ਕਦੇ ਗਿਆ ਹੀ ਨਹੀਂ। ਜੀ ਜੀ। ਤੇ ਉਹਨੂੰ ਅਸੀਂ ਕਹਿੰਦੇ ਗਿਆ ਨਹੀਂ। ਜੀ ਜੀ। ਜਿਹੜਾ ਦੂਜਾ ਗਿਆਨੀ ਆ ਉਹ ਇਹ ਆ ਕਿ ਜਦੋਂ ਉਹ ਆਪ ਪਰਮਾਤਮਾ ਨਾਰਾਇਣ ਦੇ ਨਾਲ ਜੁੜਿਆ ਜੀ। ਤੁਹਾਨੂੰ ਜੋੜਨ ਦੀ ਪ੍ਰੇਰਣਾ ਦੇ ਰਿਹਾ ਜੀ ਜੀ। ਕਿ ਤੁਸੀਂ ਵੀ ਨਾਰਾਇਣ 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 ਸ਼ਬਦ ਨੂੰ ਜਪੋ ਜੀ ਜੀ। ਤੇ ਨਾਰਾਇਣ ਵਿੱਚ ਲੀਨ ਹੋ ਜਾਣ ਦਾ ਸੁਭਾਗ ਪ੍ਰਾਪਤ ਕਰੋ। ਜੀ। ਤੇ ਉਹਨੂੰ ਅਸੀਂ ਕਹਿ ਦਿੰਦੇ ਉਹ ਦੇਖੋ ਗਿਆ ਨਹੀਂ ਗਿਆ। ਜੀ। ਗਿਆ ਨਹੀਂ ਗਿਆ। ਗਿਆ। ਠੀਕ ਹੈ ਨਾ। ਉਹਨੂੰ ਅਸੀਂ ਕਹਿ ਦਿੰਦੇ ਸਮਝੋ ਉਹ ਅੱਜ ਵੀ ਗਿਆ ਤੇ ਕੱਲ ਵੀ ਗਿਆ। ਜੀ। ਠੀਕ ਹੈ ਨਾ। ਉਹ ਦੋਨੇ ਜਿਹੜੇ ਗਿਆਨੀ ਲਫ਼ਜ਼ ਆ ਇੱਕ ਦੇ ਵਿੱਚ ਜਿਹੜਾ ਗਿਆ ਨਹੀਂ ਉਹਨੂੰ ਅਸੀਂ ਕਹਿ ਦਿੰਦੇ ਅਗਿਆਨੀ। ਜੀ। ਤੇ ਜਿਹੜਾ ਗਿਆ ਆ ਪਰਮਾਤਮਾ ਦੇ ਘਰ ਵਿੱਚ ਉਸ ਬਾਣੀ ਨੂੰ ਇੱਕ ਇੱਕ ਅੱਖਰ ਨੂੰ ਉਹਦੇ ਅੰਦਰਲੀ ਸੀਕ੍ਰੇਟ ਨੂੰ ਜਾਣਨ ਦੀ ਜਿਹਨੇ ਕੋਸ਼ਿਸ਼ ਕੀਤੀ ਕਿ ਇੱਕ ਅੱਖਰ ਲਿਖਣ ਬੋਲਣ ਬਾਣ ਆ ਕਿ ਉਹ ਕੁਝ ਸਮਝਾ ਰਹੇ ਆ ਸਾਨੂੰ। ਅੱਖਰੀ ਜਿਹੜੀ ਲਿਖੀ ਗਈ ਆ ਉਹ ਸਾਨੂੰ ਕੁਝ ਸਮਝਾ ਰਹੇ ਆ ਅਸੀਂ ਉਹਨੂੰ ਸਮਝ ਕੇ ਪਰਮਾਤਮਾ ਨਾਲ ਨੇੜਤਾ ਬਣਾਉਣੀ ਆ। ਜੀ ਜੀ। ਤੇ ਸਮਝੋ ਜਿਹੜਾ ਇਸ ਦੁਨੀਆ 'ਚ ਕਿਉਂਕਿ ਜੇ ਇੱਕ ਖਾਲੀ ਗਲਾਸ ਨੂੰ ਹਵਾ ਦੇ ਅੱਗੇ ਰੱਖ ਦਈਏ ਨਾ ਤੇ ਉਹ ਇੱਧਰ ਉੱਧਰ ਨੂੰ ਰਿੜ ਜਾਏਗਾ। ਜੀ ਜੀ। ਤੇ ਜੇ ਉਸੇ ਗਲਾਸ ਖਾਲੀ ਦੇ ਵਿੱਚ ਅਸੀਂ ਕੋਈ ਵਜਨੀ ਚੀਜ਼ ਪਾਉਣੀ ਸ਼ੁਰੂ ਕਰ ਦਈਏ ਨਾ ਤੇ ਉਹ ਸਟਰੋਂਗ ਹੋ ਜਾਏਗਾ। ਜੀ। ਤੇ ਉਹਨੂੰ ਫਿਰ ਜਿੱਦਾਂ ਜਿਹੜੀ ਹਵਾ ਆ ਉਹ ਉਹਨੂੰ ਕਿਸੇ ਪਾਸੇ ਮੂਵ ਨਹੀਂ ਹੋਣ ਦਊਗੀ ਉਹ ਸਥਿਰ ਹੋ ਜਾਏਗਾ। ਜੀ ਜੀ। ਇਸੇ ਤਰ੍ਹਾਂ ਜਿਹੜਾ ਨਾਰਾਇਣ ਪਾਤਸ਼ਾਹ ਦੀ ਪਰਿਭਾਸ਼ਾ ਹੈ ਨਾ ਇੱਕ ਆਤਮਾ ਨੂੰ ਸਥਿਰ ਕਰਦੀ ਆ। ਉਹਨੂੰ ਵੀ ਆਲੇ ਦੁਆਲੇ ਭਟਕਣ ਨਹੀਂ ਦਿੰਦੀ। ਜੀ ਜੀ। ਉਹਨੂੰ ਸਥਿਰ ਕਰ ਦਿੰਦੀ ਆ ਔਰ ਉਹਦੇ ਉੱਤੇ ਕੋਈ ਵੀ ਛੋਟੀ ਮੋਟੀ ਹਵਾ ਜਿਹੜੀ ਆ ਉਹਦੇ ਤੇ ਕੋਈ ਅਸਰ ਨਹੀਂ ਕਰ ਸਕਦੀ ਬਲਕਿ ਜਿਹੜਾ ਉਹਦੇ ਨਾਲ ਟੱਕਰ ਲੈਣਾ ਚਾਹੂਗਾ ਨਾ ਉਹ ਹੀ ਡਿੱਗੂਗਾ। ਜੀ ਜੀ। ਕਿਉਂਕਿ ਉਹ ਵਜ਼ਨੀ ਹੋ ਗਿਆ ਆ ਔਰ ਉਹ ਵਜ਼ਨੀ ਹੋਣ ਦੇ ਨਾਲ ਨਾਲ ਜਦੋਂ ਉਹ ਡੁੱਲਣ ਲੱਗ ਜਾਵੇ ਡੁੱਲਣ ਲੱਗ ਜਾਵੇ ਉਹਦਾ ਗਿਆਨ ਇੱਥੋਂ ਤੱਕ ਵੱਧ ਜਾਵੇ ਕਿ ਉਹ ਆਪ ਗਿਆਨੀ ਹੋ ਗਿਆ ਤੇ ਦੂਸਰਿਆਂ ਨੂੰ ਗਿਆਨ ਸਮਝਾਉਣ ਦੀ ਸਮਰੱਥਾ ਰੱਖਦਾ। ਜੀ ਜੀ। ਹਾਂਜੀ। ਕਿਉਂਕਿ ਉਹਨੂੰ ਉਹ ਪਰਮਾਤਮਾ ਨੂੰ ਬਾਣੀ ਦੇ ਜਰੀਏ ਪਛਾਣ ਲਿਆ ਤੇ ਉਹਨੂੰ ਮਾਣ ਰਿਹਾ। ਤੇ ਉਹ ਉਹੀ ਪ੍ਰੇਰਣਾ ਜਿਹੜਾ ਹਰ ਰੂਹ ਨੂੰ ਦੇਣ ਦੀ ਕੋਸ਼ਿਸ਼ ਕਰਦਾ ਕਿ ਜਿਸ ਤਰ੍ਹਾਂ ਮੇਰਾ ਮਨ ਸਥਿਰ ਹੋ ਗਿਆ ਕਿਉਂਕਿ ਹੋ ਸਕਦਾ ਕੱਲ ਤੱਕ ਮੈਂ ਵੀ ਬਹੁਤ ਹੀ ਘਮੰਡੀ ਟਾਈਪ ਦਾ ਇਨਸਾਨ ਹੋਵਾਂ। ਜੀ ਜੀ। ਫਿਰ ਮੈਂ ਵੀ ਬਹੁਤ ਹੀ ਪਾਪੀ ਕਿਸਮ ਦਾ ਇਨਸਾਨ ਹੋਵਾਂ ਪਰ ਪਰਮਾਤਮਾ ਨੂੰ ਮਿਲਣ ਦੀ ਚਾਹਤ ਨੇ ਮੇਰੀ ਜਿਹੜੀ ਦਿਸ਼ਾ ਦੋਵੇਂ ਬਦਲ ਦਿੱਤੀਆਂ। ਪਰਮਾਤਮਾ ਦੀ ਬਾਣੀ ਹੈ ਹੀ ਇੰਨੀ ਮਿੱਠੀ ਆ ਕਿ ਜੇ ਉਹਨੂੰ ਕੋਈ ਮਨ ਕਰਕੇ ਉਹਨੂੰ ਸੁਣਨ ਦੀ ਕੋਸ਼ਿਸ਼ ਕਰੇ
ਜੀ ਤੇ ਉਹ ਬਦਲ ਦਿੰਦੀ ਆ ਸਮੇਂ ਜਿਹੜੇ ਆ ਨਾ ਉਹ ਸਾਰੇ ਸਮੇਂ ਉਹਦੇ ਬਦਲ ਦਿੰਦੀ ਆ। ਉਹਦੇ ਬੁਰੇ ਸਮੇਂ ਸਾਰੇ ਕੱਟ ਜਾਂਦੇ ਆ, ਉਹਦੇ ਸਾਰੇ ਦੁੱਖ ਕੱਟ ਜਾਂਦੇ ਆ। ਉਹਦੇ ਵਿੱਚ ਇੰਨੀ ਤਾਕਤ ਆ ਉਸ ਨਾਰਾਇਣ ਸ਼ਬਦ ਦੇ ਵਿੱਚ, ਕਿਉਂਕਿ ਉਹ ਸੁਪਰੀਮ ਪਾਵਰ ਆਫ ਦੀ ਲਾਈਟ ਆ। ਉਹਦੇ ਨਾਲ ਸਾਰੇ ਜੁੜਨਾ ਕਰੋ। ਅਸੀਂ ਇਹੀ ਅਪੀਲ ਕਰਦੇ ਹਾਂ, ਅਸੀਂ ਇਹੀ ਅਰਦਾਸ ਕਰਦੇ ਹਾਂ ਸਾਰੀਆਂ ਰੂਹਾਂ ਅੱਗੇ ਕਿ ਤੁਸੀਂ ਘਰ ਬੈਠ ਕੇ ਨਾਰਾਇਣ ਜਪੋ ਔਰ ਤੁਰਦੇ ਫਿਰਦੇ ਨਾਰਾਇਣ ਜਪੋ। ਕੋਈ ਵੀ ਕੰਮ ਘਰ ਦਾ ਕਾਰਜ ਕਰਨਾ, ਨਾਰਾਇਣ ਪਾਤਸ਼ਾਹ ਅੱਗੇ ਆਪਣੇ ਹੱਥ ਜੋੜ ਕੇ ਅਰਦਾਸ ਕਰੋ, ਹੈ ਨਾਰਾਇਣ ਪਾਤਸ਼ਾਹ ਮੈਂ ਕਾਰਜ ਕਰਨ ਲੱਗਾ ਕਿ ਮੇਰੇ ਸਾਰੇ ਕਾਰਜ ਸਿੱਧ ਕਰ ਦੇ, ਕਿਉਂਕਿ ਉਹ ਵਾਈਬ੍ਰੇਸ਼ਨ ਦੇ ਵਿੱਚ ਹਰ ਵਕਤ ਸਾਨੂੰ ਸੁਣਦੇ ਆ ਔਰ ਸਾਡੇ ਕੰਨਾਂ ਦੇ ਜਰੀਏ ਅਸੀਂ ਉਹਨਾਂ ਨੂੰ ਹਰ ਪਲ ਸੁਣ ਸਕਦੇ ਆ। ਤੁਸੀਂ ਪਲ ਜਦੋਂ ਤੁਹਾਡਾ ਉਹਦੇ ਨਾਲ ਰਿਸ਼ਤਾ ਬਣ ਜਾਂਦਾ, ਤੁਸੀਂ ਇੱਕ ਪਲ ਦੇ ਲਈ ਵੀ ਜੂੰ ਕਰਕੇ ਅੱਖਾਂ ਮੀਟ ਕੇ ਬੈਠੇ ਨਾ ਤੇ ਨਾਲ ਹੀ ਤੁਹਾਡੀ ਜਿਹੜੀ ਬੋਡੀ ਜਿਹੜੀ ਗੂੰਜਣੀ ਸ਼ੁਰੂ ਕਰ ਦਿੰਦੀ ਹੈ ਔਰ ਉਹਦਾ ਪ੍ਰਭਾਵ ਤੁਹਾਡੇ ਸਰੀਰ ਤੇ ਔਰ ਤੁਹਾਨੂੰ ਉਹਦਾ ਉਸ ਵਾਈਬ੍ਰੇਸ਼ਨ ਦਾ ਗੂੰਜਦਾ ਨਾ ਸਵਾਦ ਲੱਗਦਾ ਨਾ ਬੋਡੀ ਨੂੰ ਕਿ ਤੁਸੀਂ ਇਹ ਨਹੀਂ ਚਾਹੁੰਦੇ ਕਿ ਤੁਹਾਨੂੰ ਕੋਈ ਆ ਕੇ ਜਗਾਵੇ ਹਿਲਾਵੇ, ਕਿਉਂਕਿ ਉਹਦੇ ਵਿੱਚ ਰਹਿਣ ਨੂੰ ਹਰ ਕਿਸੇ ਦਾ ਮਨ ਕਰਦਾ। ਔਰ ਅਸੀਂ ਜਿਸ ਤਰ੍ਹਾਂ ਵੀ ਸਾਡਾ ਇਹ ਪ੍ਰੋਗਰਾਮ ਚੱਲਦਾ ਰਹੂਗਾ, ਅਸੀਂ ਅਪੀਲ ਜ਼ਰੂਰ ਕਰਦੇ ਰਹਾਂਗੇ ਸਾਡੀਆਂ ਸਾਰੀਆਂ ਸੰਗਤਾਂ ਨੂੰ, ਸਾਡੀਆਂ ਬੀਬੀਆਂ ਨੂੰ ਕਿ ਆਪਣਾ ਸ਼ੋਸ਼ਣ ਕਰਨ ਲਈ ਕਰਵਾਉਣ ਲਈ ਡੇਰਿਆਂ ਤੇ ਨਾ ਜਾਓ ਤੇ ਤੁਸੀਂ ਘਰ ਬਹਿ ਕੇ ਆਪਣੇ ਪਰਮਾਤਮਾ ਇਸ਼ਟ ਨੂੰ ਯਾਦ ਕਰੋ। ਹਾਂਜੀ, ਗੁਰਦੁਆਰੇ ਜਾਓ, ਮੱਥਾ ਟੇਕੋ, ਬੈਠੋ, ਉੱਥੇ ਬੈਠ ਕੇ ਵੀ ਨਾਰਾਇਣ ਦਾ ਜਾਪ ਕਰੋ, ਬਾਣੀ ਸਿਮਰਨ ਕਰੋ, ਬਾਣੀ ਦਾ ਸਿਮਰਨ ਕਰੋ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਤ ਸਿੰਘ ਮਸਕੀਨ ਜੀ ਸਾਨੂੰ, ਮੈਂ ਉਹਨਾਂ ਦੀ ਬਹੁਤ ਹੀ ਸ਼ੁਭ ਚਿੰਤਕ ਆ ਕਿ ਮੈਂ ਉਹਨਾਂ ਦੀ ਬਹੁਤ ਬਾਣੀ ਸੁਣਦੀ ਹੁੰਦੀ ਸੀ ਤੇ ਉਹਨਾਂ ਦੇ ਸਮਝਾਇਆ ਮੇਰੇ ਮਨ ਵਿੱਚ ਬਹੁਤ ਬਾਣੀ ਦਾ ਅਸਰ। ਚਲੋ ਉਹ ਕਹਿੰਦੇ ਹੁੰਦੇ ਸੀਗੇ ਕਿ ਮੇਰੇ ਕੋਲ ਉਹ ਚੀਜ਼ ਵਿੱਚੋਂ ਨਹੀਂ ਨਿਕਲ ਪਾਈ ਕਿ ਜਿਹੜੀ ਮੈਂ ਸਾਰੀ ਦੁਨੀਆ ਨੂੰ ਐਲਾਨੇ ਪਰੋਸ ਦਿੰਦਾ, ਪਰ ਉਹਨਾਂ ਨੇ ਜੋ ਵੀ ਸਾਨੂੰ ਦਿੱਤਾ ਹੈ ਨਾ ਉਹਦੇ ਵਿੱਚੋਂ ਅਸੀਂ ਥੋੜਾ ਜਿਹਾ ਉਹਨੂੰ ਹੋਰ ਅੱਗੇ ਸਮਝਣ ਦੀ ਕੋਸ਼ਿਸ਼ ਕੀਤੀ ਆ ਤੇ ਉਸੇ ਹੀ ਬਾਣੀ ਦੇ ਵਿੱਚੋਂ ਜਿਹੜੀ ਅੱਖਰੀ ਲਿਖਣ ਬੋਲਣ ਬਾਣ ਦੇ ਮੁਤਾਬਕ ਤੇ ਉਹਦੇ ਵਿੱਚ ਜਿਹੜੀ ਸਾਰੀ ਬਾਣੀ ਦੀ ਕਹਾਣੀ ਆ ਨਾਰਾਇਣ ਨੂੰ ਸਮਰਪਿਤ ਆ, ਸਾਰੀ ਮਨੁੱਖਤਾ ਨਾਰਾਇਣ ਜੀ ਨੂੰ ਸਮਰਪਿਤ ਆ, ਸਾਰੀ ਮਨੁੱਖਤਾ ਦੇ ਅੰਦਰ ਨਾਰਾਇਣ ਜੀ ਗੂੰਜ ਰਹੇ ਨੇ, ਸਾਰੀ ਮਨੁੱਖਤਾ ਦਾ ਸਰਤਾਜ ਨਾਰਾਇਣ ਜੀ ਨੇ, ਸਾਰੀ ਮਨੁੱਖਤਾ ਉਹਨਾਂ ਨੂੰ ਜਪੇ। ਚਲੋ ਜੇ ਆਪਾਂ ਕਕਾਰ ਪਾ ਕੇ ਵੀ ਜਪਦੇ ਆ ਉਹਨਾਂ ਨੂੰ ਤਾਂ ਵੀ ਉਹਨਾਂ ਨੂੰ ਜਪਿਆ ਜਾ ਸਕਦਾ, ਕਿਉਂਕਿ ਵਾਹਿਗੁਰੂ ਜਦੋਂ ਅਸੀਂ ਕਹਿੰਦੇ ਆ ਤਾਂ ਵਾਹਿਗੁਰੂ ਦਾ ਮਤਲਬ ਹੀ ਕਿ ਅਸੀਂ ਉਸ ਨਾਰਾਇਣ ਪਾਤਸ਼ਾਹ ਦੀ ਵਡਿਆਈ ਕਰ ਰਹੇ ਹਾਂ ਕਿ ਇਹ ਨਾਰਾਇਣ ਪਾਤਸ਼ਾਹ ਤੂੰ ਹੀ ਰੱਬ ਤੇ ਤੂੰ ਹੀ ਰੂਹ ਤੇ ਦੋਨਾਂ ਦੇ ਵਿੱਚ ਤੂੰ ਧੰਨ ਆ। ਹਾਂਜੀ, ਸੋ ਦੋਸਤੋ ਮੈਨੂੰ ਯਕੀਨ ਹੈ ਕਿ ਮੇਰੇ ਜਿਹੜੇ ਤਲਕ ਪੰਜਾਬ ਦੇ ਦਰਸ਼ਕ ਇਹ ਸਾਡਾ ਪ੍ਰੋਗਰਾਮ ਦੇਖਦੇ ਹੋਣਗੇ, ਜਿਨ੍ਹਾਂ ਨੇ ਕਮੈਂਟਾਂ ਰਾਹੀਂ ਤਾਂ ਜਾਂ ਫੋਨ ਕਰਕੇ ਇਸ ਆਤਮਾ ਨੂੰ ਪਰਮਾਤਮਾ ਦਾ ਸੁਝਾਅ ਦਾ ਜਿਹੜੀ ਡੈਫੀਨੇਸ਼ਨ ਉਹਨਾਂ ਨੇ ਥੋੜੀ ਕਲੀਅਰ ਕਰਨ ਵਾਸਤੇ ਇਹ ਸਵਾਲ ਕੀਤੇ ਸਨ। ਮੈਨੂੰ ਯਕੀਨ ਹੈ ਕਿ ਉਹਨਾਂ ਦੇ ਮਨ ਦੀ ਜਿਹੜੀ ਸੰਤੁਸ਼ਟੀ ਤੇ ਜ਼ਰੂਰ ਹੋਈ ਹੋਵੇਗੀ ਕਿ ਨਾਰਾਇਣ ਸ਼ਬਦ ਦਾ ਜਾਪ ਕਰਨ ਨਾਲ ਹਰੇਕ ਇਨਸਾਨ ਦੇ ਮਨ ਦੀ ਜਿਹੜੀ ਸੰਤੁਸ਼ਟੀ ਉਹ ਹੋ ਜਾਂਦੀ ਆ। ਤੇ ਜੀ ਆਪਾਂ ਹੁਣ ਅੱਗੇ ਵਧਦੇ ਹਾਂ, ਆਪਣੇ ਪ੍ਰੋਗਰਾਮ ਨੂੰ ਵਧਾਉਂਦੇ ਹੋਏ ਗੱਲਬਾਤ ਕਰਦੇ ਹਾਂ ਕਿ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ 'ਚ ਸਕੂਲ ਬੰਦ ਪਏ ਸਨ, ਠੀਕ ਆ, ਆਨਲਾਈਨ ਸਟੱਡੀ ਸਕੂਲਾਂ ਵੱਲੋਂ ਘਰਾਂ ਬੈਠੇ ਕਰਵਾਈ ਜਾਂਦੀ ਸੀ। ਮਾਨਸਾ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਕਿ ਇੱਕ 11 ਸਾਲ ਦੀ ਵਿਦਿਆਰਥਣ ਨੇ ਸੁਸਾਈਡ ਕਰ ਲਿਆ ਕਿਉਂਕਿ ਉਸ ਕੋਲ ਸਮਾਰਟਫੋਨ ਨਹੀਂ ਸੀ ਤੇ ਉਸਦਾ ਪਰਿਵਾਰ ਸ਼ਾਇਦ ਉਹ ਇਸ ਮਤਲਬ ਕਿ ਲਾਇਕ ਨਹੀਂ ਸੀ ਕਿ ਬੱਚੇ ਨੂੰ ਕਿ ਸਮਾਰਟਫੋਨ ਲੈ ਕੇ ਦੇ ਸਕੇ। ਪਰ ਜਦੋਂ ਇਹ ਸਾਰਾ ਮਾਮਲਾ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਿਆ ਤਾਂ ਉਹਨਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਦਿੱਤੀ ਕਿ ਜਿੰਨੇ ਵੀ ਪੰਜਾਬ ਦੇ ਸਕੂਲ ਨੇ ਉਹਨਾਂ ਦੇ ਸਕੂਲਾਂ ਦੇ ਵਿੱਚ ਜਿਹੜੇ ਵੀ ਸਕੂਲ ਆਨਲਾਈਨ ਸਟੱਡੀ ਕਰਵਾਉਂਦੇ ਨੇ, ਜਿਨ੍ਹਾਂ ਬੱਚਿਆਂ ਦੇ ਕੋਲ ਸਮਾਰਟਫੋਨ ਨਹੀਂ ਹੈਗੇ, ਉਹ ਸਕੂਲਾਂ ਵਾਲੇ ਇੱਕ ਡਿਟੇਲ ਬਣਾ ਕੇ ਉਹਨਾਂ ਨੂੰ ਦੇਣ ਤਾਂ ਜੋ ਸਰਕਾਰ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਸਮਾਰਟਫੋਨ ਜਿਹੜੇ ਆ ਉਪਲਬਧ ਕਰਵਾ ਸਕੇ, ਤਾਂ ਜੋ ਜਿਸ ਤਰ੍ਹਾਂ ਅੱਜ 11 ਸਾਲ ਦੀ ਇੱਕ ਵਿਦਿਆਰਥਣ ਉਹ ਬੱਚਿਆਂ ਨੂੰ ਇੱਕ ਸੰਦੇਸ਼ ਦੇ ਕੇ ਗਈ ਕਿ ਮੇਰੇ ਕੋਲ ਫੋਨ ਨਹੀਂ ਸੀ, ਮੈਂ ਪੜ੍ਹਨਾ ਚਾਹੁੰਦੀ ਸੀ ਤੇ ਮੈਂ ਅੱਜ ਜਿਸ ਹਾਲਾਤ ਵਿੱਚ ਗੁਜ਼ਰਦੇ ਸੀ ਤਾਂ ਮੈਨੂੰ ਖੁਦਕੁਸ਼ੀ ਤੋਂ ਇਲਾਵਾ ਹੋਰ ਕੁਝ ਮੈਨੂੰ ਕੋਈ ਸਮਝ ਨਹੀਂ ਆਈ। ਇਹ ਤਾਂ ਹੁਣ ਮਾਂ ਪਿਓ ਦੀ ਵੀ ਅਗਿਆਨਤਾ ਹੈ ਜੀ, ਕਿਉਂਕਿ ਬੱਚਿਆਂ ਨੂੰ ਜੋ ਅਸੀਂ ਪਰੋਸਦੇ ਹਾਂ ਬੱਚੇ ਉਹ ਹੀ ਛਕਦੇ ਆ ਜੀ।
ਤੇ ਮਾਂ-ਬਾਪ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀ ਅਗਿਆਨਤਾ ਖੁਦ ਵੀ ਨਾ ਕਰਨ ਤੇ ਬੱਚਿਆਂ 'ਚ ਵੀ ਨਾ ਆਉਣ ਦੇਣ। ਜੀ ਜੀ ਚਲੋ ਜੇ ਸਮਾਰਟਫੋਨ ਨਹੀਂ ਹੈਗਾ ਸੀਗਾ ਤੇ ਸਕੂਲ ਵਾਲੇ ਕਿਹੜਾ ਉਹਦੇ ਤੇ ਗੋਲੀ ਚਲਾ ਦਿੰਦੇ। ਜੀ ਜੀ ਠੀਕ ਹੈ ਨਾ, ਜੇ ਟੈਸਟ ਹੀ ਸੀਗਾ ਨਾ ਦੇ ਹੁੰਦਾ ਤਾਂ ਨਾ ਹੁੰਦੇ ਹੀ ਹੁੰਦਾ। ਪਰ ਇੱਕ ਤੇ ਜੀ ਬੱਚਿਆਂ ਦੀ ਉਮਰ ਹੁੰਦੀ ਹੈ, ਚਲੋ 11ਵੀਂ ਕਲਾਸ ਸੀ, ਵਿਦਿਆਰਥਣ ਸੀ ਉਹ ਬੱਚਿਆਂ ਵਿੱਚ ਇੱਕ ਅੱਗੇ ਵਧਣ ਦਾ ਚਾਹ ਹੁੰਦਾ ਕਿ ਚਲੋ ਉਹਦੇ ਕੋਈ ਚੀਜ਼ ਹੈਗੀ ਮੇਰੇ ਕੋਲ ਨਹੀਂ ਹੈਗੀ, ਪਰ ਉਹ ਕਿਤੇ ਨਾ ਕਿਤੇ ਪੜ੍ਹਾਈ ਨੂੰ ਆਪਣਾ ਵਾਂਝਾ ਉਸਨੂੰ ਸਮਝਦੇ ਹੋਏ ਉਸਨੇ ਖੁਦਕੁਸ਼ੀ ਕੀਤੀ ਹੈ। ਤਾਂ ਹੁਣ ਬੈਠਾ ਪਰਮਾਤਮਾ ਹੀ ਜਾਣਦਾ, ਪਰ ਕਿਤੇ ਨਾ ਕਿਤੇ ਜਿਹੜੀ ਆਨਲਾਈਨ ਸਟੱਡੀ ਵੀ ਆ ਇਸ ਤਰ੍ਹਾਂ ਦੇ ਹਾਸਿਆਂ ਨੂੰ ਜਿਹੜਾ ਮਤਲਬ ਕਿ ਸਾਹਮਣੇ ਲਿਆ ਰਿਹਾ। ਹਾਂਜੀ, ਇਹ ਤਾਂ ਹੁਣ ਹਰ ਇੱਕ ਦੀ ਸੋਚ ਜਿਹੜੀ ਆ ਉਹ ਇੰਨਾ ਪੜ੍ਹ ਲਿਖ ਕੇ ਵੀ ਸੋਚ ਜੇ ਦਰੁਸਤ ਨਹੀਂ ਹੈਗੀ। ਜੀ ਜੀ ਤਾਂ ਕੀ ਫਾਇਦਾ ਪੜ੍ਹਾਈ ਦਾ? ਜੀ ਕਿਉਂਕਿ ਪੜ੍ਹਾਈ ਤੋਂ ਪਹਿਲਾਂ ਪੜ੍ਹਾਈ ਬਾਅਦ ਵਿੱਚ। ਜੀ ਜੀ ਪਹਿਲਾਂ ਜਿਹੜੀ ਆਤਮਾ ਆ ਮਨ ਵਿੱਚ ਹੈ ਸਤਿਗੁਰ ਕੇ ਪਾਸ, ਜੀ ਜੀ ਤਿਸ ਜਨ ਕੇ ਕਾਰਜ ਰਾਸ ਬਾਣੀ ਕਹਿੰਦੀ ਆ ਜੀ ਜੀ ਕਿ ਸਭ ਤੋਂ ਪਹਿਲਾਂ ਮਾਂ-ਬਾਪ ਨੂੰ ਜਿਹੜਾ ਬੱਚਾ ਆ ਉਹਨੂੰ ਪਰਮਾਤਮਾ ਦੇ ਨਾਲ ਜੋੜਨਾ ਚਾਹੀਦਾ, ਉਹਨੂੰ ਇਹ ਬਿਠਾ ਕੇ ਸਿਖਾਉਣਾ ਚਾਹੀਦਾ ਜੀ ਜੀ ਕਿ ਕੁਝ ਵੀ ਦੁਨੀਆ ਤੋਂ ਤੁਹਾਨੂੰ ਕੋਈ ਵੀ ਮਨ ਨੂੰ ਕੋਈ ਵੀ ਗੱਲ ਲੱਗਦੀ ਹੋਵੇ ਉਹ ਤਾਂ ਬਹੁਤ ਛੇਤੀ ਯਾਨੀ ਕਿ ਮਰਨ ਦਾ ਫੈਸਲਾ ਕਦੇ ਨਹੀਂ ਲੈਣਾ। ਜੀ ਜੀ ਮੇਰਾ ਇੱਕ ਬੇਟਾ ਹੈ ਜੀ ਜੀ ਔਰ ਮੈਂ ਉਸਨੂੰ ਬਚਪਨ ਤੋਂ ਹੀ ਇਹੀ ਸਿਖਾਇਆ। ਜੀ ਜੀ ਔਰ ਮੇਰਾ ਬੇਟਾ ਅੱਜ ਭਗਵਾਨ ਭੋਲੇਨਾਥ ਦਾ ਭਗਤ ਆ, ਜੀ ਜੀ ਬੈਠ ਕੇ ਬੰਦਗੀ ਕਰਦਾ ਜੀ ਕਿ ਕਦੇ ਵੀ ਉਹਨੂੰ ਡੋਲਣ ਦੀ ਲੋੜ ਨਹੀਂ ਹੈਗੀ। ਜੇ ਥੋੜਾ ਮਿਲਿਆ ਖਾਣ ਵਾਸਤੇ ਥੋੜੇ ਚ ਗੁਜ਼ਾਰਾ ਕਰ ਲਓ। ਅਸੀਂ ਉਹਨੂੰ ਫੋਨ ਵੀ ਹੁਣ ਲੈ ਕੇ ਦਿੱਤਾ ਜਦੋਂ ਉਹਨੇ +2 ਵੀ ਕਰ ਲਈ। ਜੀ ਜੀ ਉਹਦੇ ਕੋਲ ਫੋਨ ਨਹੀਂ ਸੀ। ਜੀ ਜੀ ਔਰ +2 ਵੀ ਕਰ ਲਈ ਉਹਨੇ ਤੇ ਫਿਰ ਉਹਨੇ ਦੇਖੋ ਕੰਪਿਊਟਰ ਦੀ ਇੰਜੀਨੀਅਰਿੰਗ ਵੀ ਕਰ ਲਈ, ਤਾਂ ਵੀ ਅਸੀਂ ਉਹਨੂੰ ਫੋਨ ਨਹੀਂ ਲੈ ਕੇ ਦਿੱਤਾ। ਜੀ ਜੀ ਬੱਚੇ ਨੂੰ ਤੁਸੀਂ ਜੋ ਪਰੋਸੋਗੇ ਬੱਚਾ ਉਹੀ ਛਕੂਗਾ, ਕਿਉਂਕਿ ਅਸੀਂ ਜੇ ਬੱਚੇ ਨੂੰ ਸਿਖਾਵਾਂਗੇ ਕਿ ਅਸੀਂ ਦੁਨੀਆ ਵੱਲ ਦੇਖ ਕੇ ਆਪਣੇ ਲੈਵਲ ਨੂੰ ਠੇਸ ਨਹੀਂ ਮਾਰਨੀ। ਜੀ ਜੀ ਤੇ ਇੱਕ ਤੇ ਜੀ ਹੁਣ ਆਪਣੇ ਕੋਲ ਹੋਰ ਵੱਡੀ ਖਬਰ ਆ ਰਹੀ ਆ ਕਿ ਜਲੰਧਰ ਦੇ ਵਿੱਚ ਇੱਕ ਉਹ ਜਿਹੜੀ ਆ ਮੌਤ ਕਰੋਨਾ ਪੋਜ਼ਿਟਿਵ ਨਾਲ ਹੋ ਚੁੱਕੀ ਆ, ਜਿਹੜੇ ਕਿ ਹੁਣ ਟੋਟਲ ਜਲੰਧਰ ਦੇ ਵਿੱਚ ਮੌਤਾਂ ਦੀ ਗਿਣਤੀ 10 ਹੋ ਚੁੱਕੀ ਹੈ ਤੇ ਪੂਰੇ ਪੰਜਾਬ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਸਵੇਰ ਤੱਕ 55 ਸੀ ਹੁਣ 56 ਹੋ ਚੁੱਕੀ ਹੈ। ਤੇ ਦੂਸਰਾ ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਹਸਪਤਾਲ ਵਿੱਚ ਮਹਿਲਾ ਡਾਕਟਰ ਜੋ ਕਿ ਆਪਣੇ ਕੈਬਨ ਦੇ ਵਿੱਚ ਸੁੱਤੀ ਪਾਈ ਗਈ, ਉਹ ਚੈੱਕ ਕਰਾਉਣਗੇ ਮਰੀਜ਼ ਨੇ, ਜਦੋਂ ਉਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਤਾਂ ਪ੍ਰਸ਼ਾਸਨ ਉਸ ਤੋਂ ਬਾਅਦ ਹਰਕਤ ਦੇ ਵਿੱਚ ਆਇਆ ਕਿ ਕਿਤੇ ਨਾ ਕਿਤੇ ਹਸਪਤਾਲਾਂ ਵਿੱਚ ਵੀ ਜਿਹੜੇ ਡਾਕਟਰ ਉਹਨਾਂ ਵੱਲੋਂ ਅਣਗਹਿਲੀ ਜਿਹੜੀ ਕੀਤੀ ਜਾ ਰਹੀ ਹੈ। ਉਹ ਜਿੱਦਾਂ ਹੁਣ ਸਾਰਾ ਦਿਨ ਰਾਤ ਡਿਊਟੀ ਕਰਦੇ ਆ ਡਾਕਟਰ। ਜੀ ਜੀ ਤੇ ਚਲੋ ਇਹ ਕਹਿ ਨਹੀਂ ਸਕਦੇ ਕਿ ਉਹ ਹੁਣ ਇੰਨੇ ਮਰੀਜ਼ਾਂ ਨੂੰ ਚੈੱਕ ਕਰਦੇ ਆ, ਉਹਦੀ ਕੀ ਉਹ ਆਪ ਵੀ ਤਾਂ ਬਿਮਾਰ ਹੋ ਸਕਦੇ ਆ। ਜੀ ਜੀ ਹਾਂਜੀ, ਤੇ ਚਲੋ ਜੇ ਉਹ ਸੁੱਤੀ ਸੀ ਕੀ ਪਤਾ ਉਹਦੀ ਸਿਹਤ ਖਰਾਬ ਹੋਊਗੀ ਤਾਂ ਸੁੱਤੀ ਹੋਊਗੀ। ਜੀ ਜੀ ਠੀਕ ਹੈ ਨਾ, ਇਹ ਤਾਂ ਹੁਣ ਪ੍ਰਸ਼ਾਸਨ ਨੇ ਪੁਸ਼ਟੀ ਕਰਕੇ ਫਿਰ ਮਾਮਲਾ ਹਾਂਜੀ ਹਾਂਜੀ ਕਿਉਂਕਿ ਉਹ ਦਿਨ ਰਾਤ ਤਾਂ ਸਾਰੇ ਮਰੀਜ਼ਾਂ ਦੀ ਦੇਖਭਾਲ ਕਰਨ ਲੱਗੇ ਹੋਏ ਆ ਤੇ ਉਹ ਵੀ ਤੇ ਸਰੀਰ ਹੀ ਆ, ਹੈ ਨਾ। ਤੇ ਜੇ ਉਹ ਥੋੜਾ ਜੇ ਰੈਸਟ ਕਰਦੇ ਵੀ ਹੋਊਗੇ ਜਾਂ ਉਹ ਆਰਾਮ ਥੋੜਾ ਜਿਹਾ ਕਰ ਵੀ ਰਹੇ ਹੋਊਗੇ ਜੀ ਜੀ ਤੇ ਕੋਈ ਐਡਾ ਵੱਡਾ ਮੁੱਦੇ ਵਾਲੀ ਗੱਲ ਨਹੀਂ, ਤੁਸੀਂ ਜਗਾ ਕੇ ਉਹਨਾਂ ਤੋਂ ਦਵਾਈ ਲੈ ਲੈਂਦੇ। ਜੀ ਜੀ ਪਰ ਅਸਲ 'ਚ ਉਹ ਜਦੋਂ ਵੀਡੀਓ ਬਣਾਈ ਮੈਡਮ ਡਾਕਟਰ ਨੇ ਆਪਣੇ ਕੈਬਨ ਦਾ ਵੀ ਲੌਕ ਲਗਾਇਆ ਹੋਇਆ ਸੀ ਕਿ ਕੋਈ ਅੰਦਰ ਨਾ ਆ ਸਕੇ ਤੇ ਆਰਾਮ ਨਾਲ ਚੇਅਰ ਉੱਪਰ ਉਹ ਸੁੱਤੀ ਪਈ ਸੀ। ਉਸਦੀ ਵੀਡੀਓ ਵੀ ਵਾਇਰਲ ਕਾਫੀ ਹੋ ਰਹੀ ਆ। ਤੇ ਇੱਕ ਹੋਰ ਜਿਹੜਾ ਮਸਲਾ ਜਲੰਧਰ ਦੇ ਵਿੱਚ ਤੇਜ਼ੀ ਜਿਸ ਤਰ੍ਹਾਂ ਦੁਰਘਟਨਾਵਾਂ ਬਹੁਤ ਵੱਧ ਰਹੀਆਂ, ਐਕਸੀਡੈਂਟ ਹੋ ਰਿਹਾ, ਕਿਤੇ ਚਲਦੀ ਕਾਰ ਨੂੰ ਅੱਗ ਲੱਗ ਜਾਂਦੀ ਆ ਤੇ ਅੱਜ ਜਲੰਧਰ ਦੇ ਵਿੱਚ ਇੱਕ HP ਗੈਸ ਟੈਂਕਰ ਨੇ ਇੱਕ ਕਾਰ ਨੂੰ ਮਤਲਬ ਕਿ ਕਾਫੀ ਜ਼ੋਰਦਾਰ ਟੱਕਰ ਮਾਰੀ ਜਿਸ ਦੇ ਵਿੱਚ 2 ਜਿਹੜੀਆਂ ਮੌਤਾਂ ਹੋ ਗਈਆਂ। ਤੇ ਜਲਦਬਾਜ਼ੀ ਕਰਦੇ ਜਦੋਂ ਡਰਾਈਵਰ ਸਪੀਡ ਵਿੱਚ ਗੱਡੀ ਚਲਾਉਂਦੇ ਆ ਉਦੋਂ ਇਦਾਂ ਦੇ ਹਾਦਸੇ ਹੋ ਜਾਂਦੇ ਆ। ਤੇ ਉਹਨਾਂ ਨੂੰ ਚਾਹੀਦਾ ਜਦੋਂ ਸੜਕ ਤੇ ਚੱਲਦੇ ਆ ਤਾਂ ਸਪੀਡ ਜਿਹੜੀ ਆ ਕੰਟਰੋਲ ਵਿੱਚ ਰੱਖਣ। ਠੀਕ ਹੈ ਨਾ, ਤਾਂ ਸਾਹਮਣੇ ਆਉਂਦੀ ਗੱਡੀ ਵੀ ਤਾਂ ਦਿਖਦੀ ਹੁੰਦੀ ਆ ਉਹਨੂੰ ਤੇ ਉਹ ਸਪੀਡ ਦੀ ਸਾਰੀ ਕਸੂਰ ਹੁੰਦਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਆਪਣੇ ਮੰਜ਼ਿਲ ਤੇ ਪਹੁੰਚ ਜਾਈਏ, ਪਰ ਤੁਸੀਂ ਇਹ ਨਹੀਂ ਦੇਖਦੇ ਕਿ ਤੁਹਾਡੇ ਮੰਜ਼ਿਲ ਤੇ ਪਹੁੰਚਣ ਨਾਲ ਕੋਈ ਦੁਨੀਆ ਤੋਂ ਚਲਿਆ ਜਾਊਗਾ। ਇਹ ਤਾਂ ਤੁਹਾਡੇ ਲਈ ਬਹੁਤ ਵੱਡਾ ਜਿਹੜੇ ਸ਼ਰਮ ਵਾਲੀ ਗੱਲ ਆ। ਜਦੋਂ ਵੀ ਗੱਡੀ ਚਲਾਓ ਬੜੇ ਆਰਾਮ ਨਾਲ ਜਾਓ। ਹਾਂਜੀ ਤੇ ਇੱਕ ਤੇਜੀ ਜੀ ਸਰਕਾਰਾਂ ਵੱਲੋਂ ਲੋਕਡਾਊਨ 1 2 3 4 ਹੁਣ ਅਨਲੌਕ 1 ਹੌਲੀ ਹੌਲੀ ਕਰਦੇ ਕਾਰੋਬਾਰ ਵੀ ਖੋਲ੍ਹ ਦਿੱਤੇ, ਜਿੱਥੇ ਔਡ ਐਂਡ ਈਵਨ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹੀਆਂ ਸਨ ਹੁਣ ਰੈਗੂਲਰ ਸਾਰੀਆਂ ਦੁਕਾਨਾਂ ਜਿਹੜੀਆਂ ਖੁੱਲ੍ਹਣ ਲੱਗ ਪਈਆਂ ਤੇ ਹੌਲੀ ਹੌਲੀ ਕਰਦੇ ਧਾਰਮਿਕ ਸਥਾਨ ਵੀ ਜਿਹੜੇ ਖੋਲ੍ਹ ਦਿੱਤੇ ਗਏ, ਧਾਰਮਿਕ ਸਥਾਨਾਂ ਦੇ ਮਾਲ ਵੀ ਖੋਲ੍ਹ ਦਿੱਤੇ ਗਏ ਜਿੱਥੇ ਕਿ ਮਤਲਬ ਕਿ ਕਹਿਣ ਦਾ ਮਤਲਬ ਕਿ ਹਰ ਟਾਈਮ ਹੀ ਕਹਿ ਲਓ ਕਿ ਇਕੱਠ ਹੋਣ ਦਾ ਹੁੰਦਾ ਹੀ ਆ
ਮੌਲ ਹੋ ਗਏ, ਗੁਰਦੁਆਰਾ ਸਾਹਿਬ ਹੋ ਗਏ, ਜਾਂ ਜਿੰਨੇ ਵੀ ਧਾਰਮਿਕ ਸਥਾਨ ਹੋ ਗਏ, ਜਾਂ ਕੋਈ ਬਾਜ਼ਾਰ ਹੋ ਗਿਆ, ਜਾਂ ਜਿਨ੍ਹਾਂ ਵਿੱਚ ਕਿ ਕਾਫੀ ਸੋਸ਼ਲ ਡਿਸਟੈਂਸਿੰਗ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ। ਹਾਂਜੀ। ਤੇ ਆਪਾਂ ਹੁਣ ਫਗਵਾੜਾ ਸ਼ਹਿਰ ਦੀ ਗੱਲ ਕਰ ਲਈਏ। ਫਗਵਾੜਾ ਸ਼ਹਿਰ ਦੇ ਵਿੱਚ ਇਹ ਪਿਛਲੇ ਸਮੇਂ ਤੋਂ ਲੋਕੀ ਘਰਾਂ ਦੇ ਵਿੱਚ ਬੈਠੇ ਸਨ ਕਿ ਬਾਹਰਲਾ ਖਾਣਾ ਵੀ ਨਹੀਂ ਖਾਣ ਜਾਂਦੇ ਸਨ। ਆਰਥਿਕ ਮੰਦੀ ਦਾ ਜਿਹੜਾ ਦੇਸ਼ ਹੈ ਇਸ ਵੇਲੇ ਸ਼ਿਕਾਰ ਹੋ ਚੁੱਕਿਆ ਆ। ਪ੍ਰਸ਼ਾਸਨ ਜਿਹੜੀ ਕਿਤੇ ਨਾ ਕਿਤੇ ਹੋਰ ਢਿੱਲ ਦਿੰਦਾ ਨਜ਼ਰ ਆ ਰਿਹਾ ਕਿ ਫਗਵਾੜਾ ਸ਼ਹਿਰ ਦੇ ਵਿੱਚ ਜਿਹੜੀ ਆ ਚੌਪਾਟੀ ਨੂੰ ਖੋਲ੍ਹਣ ਦਾ ਜਿਹੜਾ ਬੁੱਧਵਾਰ ਤੋਂ ਸਰਕਾਰ ਵੱਲੋਂ ਆਗਿਆ ਦੇ ਦਿੱਤੀ ਗਈ ਆ। ਤੇ ਫਗਵਾੜਾ ਸ਼ਹਿਰ ਦੇ ਜਿਹੜੇ ਲਜ਼ੀਜ਼ ਖਾਣਾ ਖਾਣ ਦੇ ਸ਼ੌਕੀਨ ਸਨ ਉਹਨਾਂ ਦੇ ਮਨਾਂ ਵਿੱਚ ਮੌਜਾਂ ਇਸ ਵੇਲੇ ਦੌੜ ਰਹੀਆਂ ਨੇ ਕਿ ਚੌਪਾਟੀ ਤੇ ਜਾ ਕੇ ਨਵੀਂ ਚਟਪਟਾ ਸਵਾਦ ਦੇਖਣ ਜਾ ਕੇ। ਜੀ। ਪਰ ਇਹ ਨਹੀਂ ਪਤਾ ਕਿ ਕਿਤੇ ਨਾ ਕਿਤੇ ਇਹ ਤੁਹਾਡੇ ਲਈ ਚੁਣੌਤੀ ਵੀ ਹੈ। ਬਾਕੀ ਪ੍ਰਸ਼ਾਸਨ ਵੱਲੋਂ ਇਹੀ ਹਦਾਇਤਾਂ ਦਿੱਤੀਆਂ ਗਈਆਂ ਕਿ ਮਾਸਕ ਪਾ ਕੇ ਰੱਖੋ, ਕੋਸ਼ਿਸ਼ ਕਰੋ ਖੜੇ ਹੋ ਕੇ ਨਾ ਖਾਣ ਦਿਓ, ਪੈਕਿੰਗ ਡਿਲੀਵਰੀ ਦੇ ਦਿਓ, ਜਾਂ ਫਿਰ ਆਪਣੀਆਂ ਗੱਡੀਆਂ ਕਾਰਾਂ ਜਿਹੜੇ ਆਉਂਦੇ ਨੇ ਉਹਨਾਂ ਵਿੱਚ ਬਹਿ ਕੇ ਉਹ ਆਪਣਾ ਖਾ ਸਕਦੇ ਨੇ। ਹਾਂਜੀ, ਬਹੁਤ ਖਿਆਲ ਰੱਖਣਾ ਪੈਣਾ ਕਿਉਂਕਿ ਜਿਹੜੇ ਰੇਹੜੀਆਂ ਲਾਉਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਰੇਹੜੀ ਦੀ ਸਾਫ਼ ਸਫਾਈ ਕਰਨੀ ਚਾਹੀਦੀ। ਜੀ। ਕਿਉਂਕਿ ਉੱਥੇ ਦੇਖੀਦਾ ਰੇਹੜੀਆਂ ਦੇ ਬਹੁਤ ਗੰਦ ਜੰਮਿਆ ਹੁੰਦਾ ਤੇ ਜਿਹੜੇ ਗਲਵਜ਼ ਪਾ ਕੇ ਫਿਰ ਉਹ ਕੰਮ ਕਰਨ, ਜਿਹੜਾ ਉਹਨਾਂ ਨੇ ਕੱਪੜੇ ਵੀ ਪਾਏ ਹੁੰਦੇ ਉਹਦੇ ਤੇ ਐਪਰੋਨ ਜ਼ਰੂਰ ਪਾਇਆ ਹੋਣਾ ਚਾਹੀਦਾ। ਜੀ। ਤੇ ਮਤਲਬ ਕਹਿੰਦਾ ਮਤਲਬ ਕਿਤੇ ਨਾ ਕਿਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਸਾਰੀ ਤਰ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਜੀ। ਸੋ ਦੋਸਤੋ ਹੁਣ ਸਮਾਂ ਚੱਲਿਆ ਆ ਇਹ ਤੁਹਾਡੇ ਤੋਂ ਵਿਦਾ ਲੈਣ ਦਾ, ਪਰ ਜਾਣ ਤੋਂ ਪਹਿਲਾਂ ਮੈਂ ਤੇ ਆਪਣੇ ਤਹਿਲਕਾ ਪੰਜਾਬ ਦੇ ਦਰਸ਼ਕਾਂ ਵਾਸਤੇ ਤੇਜੀ ਜੀ ਹੁਣਾਂ ਕੋਲੋਂ ਅੱਜ ਦਾ ਸੰਦੇਸ਼ ਜ਼ਰੂਰ ਲੈਣਾ ਚਾਹਾਂਗਾ। ਅੱਜ ਦਾ ਸੰਦੇਸ਼ ਹੈ ਜੇ ਲਾਕਡਾਊਨ ਸਾਰਾ ਖੁੱਲ ਗਿਆ, ਸਾਰੇ ਬਾਜ਼ਾਰ ਮਾਰਕੀਟਾਂ ਸਾਰੀਆਂ ਖੋਲ ਦਿੱਤੀਆਂ ਗਈਆਂ ਸਰਕਾਰ ਵੱਲੋਂ, ਤੇ ਜਿੰਨੀ ਵੀ ਸਾਡੀ ਜਨਤਾ ਬਾਹਰ ਘੁੰਮਦੀ ਆ ਉਹਨਾਂ ਨੂੰ ਚਾਹੀਦਾ ਕਿ ਆਪਣਾ ਵੀ ਖਿਆਲ ਰੱਖੋ, ਦੂਸਰਿਆਂ ਨੂੰ ਵੀ ਸੁਰੱਖਿਅਤ ਰੱਖੋ ਤੇ ਬਿਮਾਰੀ ਤੋਂ ਜਿੰਨਾ ਵੀ ਬਚ ਹੁੰਦਾ ਆਪਣਾ ਬਚਾਅ ਕਰੋ, ਦੂਜਿਆਂ ਦਾ ਵੀ ਬਚਾਅ ਕਰੋ। ਤੇ ਗੁਰਦੁਆਰੇ ਜਾਓ, ਮੱਥਾ ਟੇਕੋ, ਸੁਨਹਿਣ ਪਾਤਸ਼ਾਹ ਅੱਗੇ ਅਰਦਾਸ ਕਰੋ ਕਿ ਉਹ ਛੇਤੀ ਤੋਂ ਛੇਤੀ ਇਸ ਬਿਮਾਰੀ ਨੂੰ ਸਾਡੇ ਮੁਲਕਾਂ ਦੇ ਵਿੱਚੋਂ ਲੈ ਜਾਵੇ। ਜੀ। ਸੋ ਦੋਸਤੋ ਇਹ ਸੀ ਤੇਜੀ ਜੀ ਹੁਣ ਸੰਦੇਸ਼ ਕਹਿਣ ਦਾ। ਬਰੀਫਲੀ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਮਾਸਕ ਪਾ ਕੇ ਰੱਖੋ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ, ਘਰੋਂ ਬਾਹਰ ਜਾਂਦੇ ਹੋ ਤਾਂ ਵਾਪਸ ਘਰ ਆਉਂਦੇ ਹੋ, ਜੇਕਰ ਕੋਈ ਕਾਰੋਬਾਰ ਵੀ ਕਰਦੇ ਹੋ ਤਾਂ ਉੱਥੇ ਬਾਰ-ਬਾਰ ਕੋਸ਼ਿਸ਼ ਕਰੋ ਆਪਣੇ ਹੱਥ ਜਿਹੜੇ ਸਾਫ਼ ਰੱਖੋ, ਬਾਰ-ਬਾਰ ਉਹਨਾਂ ਨੂੰ ਧੋਵੋ ਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਣੂ ਕਰਾਓ ਤਾਂ ਉਹ ਵੀ ਇਸ ਬਿਮਾਰੀ ਤੋਂ ਜਿਹੜਾ ਬਚ ਸਕੇ ਤੇ ਆਪ ਵੀ ਸੁਰੱਖਿਅਤ ਰਹੋ ਤੇ ਦੂਸਰਿਆਂ ਨੂੰ ਵੀ ਸੁਰੱਖਿਅਤ ਰਹਿਣ ਦੀ ਜਿਹੜੀ ਹਦਾਇਤ ਦਿਓ। ਸੋ ਤੇਜੀ ਜੀ ਹੁਣ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸਵਾਗਤ। ਹਾਂਜੀ, ਸਤਿ ਸ੍ਰੀ ਅਕਾਲ। ਤੇ ਦੋਸਤੋ ਕੱਲ ਨੂੰ ਫਿਰ ਤੁਹਾਡੇ ਰੂਬਰੂ ਹੋਵਾਂਗੇ ਕਰੋਨਾ ਦੀ ਅਪਡੇਟ ਲੈ ਕੇ। ਤੇ ਜੇਕਰ ਕੋਈ ਸਾਡਾ ਦੋਸਤ ਮਿੱਤਰ ਭੈਣ ਭਰਾ ਜੇਕਰ ਕੋਈ ਸੁਝਾਅ ਦੇਣਾ ਚਾਹੁੰਦਾ ਕਮੈਂਟਾਂ ਰਾਹੀਂ ਸਾਨੂੰ ਸੁਝਾਅ ਦੇ ਸਕਦਾ ਆ। ਤੇ ਜੇਕਰ ਕੋਈ ਸੱਜਣ ਮਿੱਤਰ ਜਾਂ ਭੈਣ ਭਰਾ ਆਪਣੇ ਵਿਚਾਰ ਦੇਸ਼ ਵਾਸੀਆਂ ਨਾਲ ਸਾਂਝੇ ਕਰਨਾ ਚਾਹੁੰਦਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ। ਸਾਡੀ ਸਕਰੀਨ ਤੇ ਸਾਡੇ ਨੰਬਰ ਚੱਲਦੇ ਨੇ, ਤੁਸੀਂ ਉਹਨਾਂ ਨੰਬਰਾਂ ਤੇ ਫੋਨ ਕਰਕੇ ਸਾਨੂੰ ਸੁਝਾਅ ਵੀ ਦੇ ਸਕਦੇ ਹੋ। ਤੇ ਸਾਡੇ ਨਾਲ ਕੋਈ ਵੀ ਜਿਹੜੇ ਦੇਸ਼ ਵਾਸੀਆਂ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਤਾਂ ਉਹ ਉਸ ਵਾਸਤੇ ਵੀ ਸੰਪਰਕ ਕਰ ਸਕਦੇ ਹੋ। ਤੇ ਦੋਸਤੋ ਅੱਜ ਦਾ ਕਰੋਨਾ ਜਿਹੜਾ ਅਪਡੇਟ ਸੀ ਪੂਰੇ ਦੇਸ਼ ਦਾ ਹਾਲ ਸਾਨੂੰ ਅੱਜ ਦੱਸਿਆ। ਕੱਲ੍ਹ ਨੂੰ ਫਿਰ ਕਰੋਨਾ ਦਾ ਪੂਰੇ ਦਿਨ ਦਾ ਹਾਲ, ਦੇਸ਼ ਦੁਨੀਆ ਪੰਜਾਬ ਦਾ ਹਾਲ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਕੱਲ੍ਹ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।